ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਰਾਜੇ, ਜਿਵੇਂ ਲਾਸਟ ਜਿਹੜੀ ਆਪਣੀ ਸੀਰੀਜ਼ ਜਿੱਥੋਂ ਆਪਾਂ ਰੋਕੀ ਸੀਗੀ ਉੱਥੇ ਆਪਾਂ ਕੰਟੀਨਿਊ ਕਰਨ ਜਾ ਰਹੇ ਹਾਂ। ਪੰਜਾਬ ਜੀਕੇ ਦੀ ਸੀਰੀਜ਼ ਚੱਲ ਰਹੀ ਰਾਜੇ, ਬਹੁਤ ਵਧੀਆ ਢੰਗ ਦੇ ਨਾਲ ਆਪਾਂ ਪੜ੍ਹ ਰਹੇ ਹਾਂ ਪੰਜਾਬ ਜੀਕੇ ਨੂੰ ਬਹੁਤ ਹੀ ਅੱਛੀ ਤਰ੍ਹਾਂ। ਆਪਾਂ ਇੱਕ ਫਿਲਮ ਵਾਂਗੂ ਪੜ੍ਹ ਰਹੇ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਹਾਡਾ ਰਿਸਪੌਂਸ ਵੀ ਬਹੁਤ ਵਧੀਆ ਹੈ ਔਰ ਬਹੁਤ ਬੱਚਿਆਂ ਦੇ ਮੈਨੂੰ ਮੈਸੇਜ ਆਏ ਕਿ ਅਸੀਂ ਬਹੁਤ ਚੰਗੀਆਂ ਕਿਤਾਬਾਂ ਪੜ੍ਹੀਆਂ ਬਟ ਸਾਨੂੰ ਫਿਰ ਵੀ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਿਆ। ਤਾਂ ਚਲੋ ਜੀ, ਇਹਦਾ ਮਤਲਬ ਕਿ ਮੇਰੀ ਕੀਤੀ ਹੋਈ ਮਿਹਨਤ ਬਿਲਕੁਲ ਸਫਲ ਹੋ ਰਹੀ ਹੈ, ਤੁਹਾਨੂੰ ਨਵੀਂ ਚੀਜ਼ ਸਿੱਖਣ ਨੂੰ ਮਿਲ ਰਹੀ ਹੈ। ਇਹ ਨਵੀਆਂ ਚੀਜ਼ਾਂ ਮੈਂ ਤਾਂ ਹੀ ਐਡ ਕਰ ਰਿਹਾ ਕਿਉਂਕਿ ਆਉਣ ਵਾਲੇ ਪੇਪਰਾਂ ਦਾ ਲੈਵਲ ਥੋੜਾ ਜਿਹਾ ਉੱਪਰ ਹੋ ਜਾਊਗਾ ਬੁੱਕਸ ਤੋਂ। ਤਾਂ ਕੋਸ਼ਿਸ਼ ਹੈ ਵੀ ਤੁਹਾਨੂੰ ਵਧੀਆ ਰਿਸਰਚ ਪੇਪਰ ਜਾਂ ਵਧੀਆ ਜਿਹੜੇ ਜਿੱਥੋਂ ਵੀ ਮੈਨੂੰ ਸੋਰਸ ਮਿਲਦਾ ਉੱਥੋਂ ਮੈਂ ਡਾਟਾ ਕਲੈਕਟ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਉਣਾ। ਲਾਸਟ ਟਾਈਮ ਆਪਾਂ ਪੜ੍ਹਿਆ ਸੀ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ ਸਰਦਾਰ ਦਲੀਪ ਸਿੰਘ ਜੀ, ਮਹਾਰਾਜਾ ਦਲੀਪ ਸਿੰਘ ਜੀ ਸੀਗੇ। ਇਹ ਵੀ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਐਗਜ਼ਾਮ ਦੇ ਵਿੱਚ ਕਿ ਮਹਾਰਾਜਾ ਦਲੀਪ ਸਿੰਘ ਜੀ ਕੌਣ ਸੀਗੇ। ਤਾਂ ਉਹ ਆਪਣੇ ਆਖਰੀ ਰਾਜਾ ਸੀਗੇ, ਸਿੱਖ ਰਾਜਾ ਸੀਗੇ। ਤੇ ਇਹ ਕੀ ਹੈ ਜੀ, ਇਸ ਤੋਂ ਬਾਅਦ ਕੀ ਹੋਇਆ ਜੀ, ਆਪਣੇ ਐਂਗਲੋ ਸਿੱਖ ਵਾਰਾਂ ਹੋਈਆਂ, ਐਂਗਲੋ ਸਿੱਖ ਵਾਰਸ ਹੋਈਆਂ। ਠੀਕ ਹੈ, ਦੋ ਯੁੱਧ ਹੋਏ ਆ। ਠੀਕ ਹੈ ਜੀ, ਐਂਗਲੋ ਸਿੱਖ ਵਾਰ ਫਸਟ ਤੇ ਸੈਕੰਡ, ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਤੇ ਅੱਜ ਆਪਾਂ ਪੜਾਂਗੇ ਜੀ ਪਹਿਲਾ ਐਂਗਲੋ ਸਿੱਖ ਵਾਰ। ਠੀਕ ਹੈ ਜੀ, ਤਾਂ ਪਹਿਲਾ ਐਂਗਲੋ ਸਿੱਖ ਵਾਰ ਪੜ੍ਹਦੇ ਆਪਾਂ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਡੇਟ ਮਹੱਤਵਪੂਰਨ ਰਹਿੰਦੀ ਹੁੰਦੀ ਹੈ। ਜਿਹੜਾ ਫਸਟ ਐਂਗਲੋ ਸਿੱਖ ਵਾਰ ਹੈਗਾ ਰਾਜੇ, ਕਦੋਂ ਹੋਇਆ ਸੀਗਾ? ਤਾਂ ਗੱਲ ਕਰੀਏ ਜੀ 1845-46 ਦੇ ਵਿਚਕਾਰ ਲੜੀਆਂ ਗਈਆਂ ਸੀ ਲੜਾਈਆਂ। ਇਹ ਸੀਗੀਆਂ ਜੀ 2 ਤੋਂ ਲੈ ਕੇ 3-4 ਲੜਾਈਆਂ ਸੀਗੀਆਂ ਜਿਹੜੀਆਂ ਕਿ ਵੱਖਰੇ ਸ਼ਹਿਰਾਂ ਦੇ ਵਿੱਚ ਕਹਿ ਸਕਦੇ ਹਾਂ, ਵੱਖਰੇ ਖੇਤਰਾਂ ਦੇ ਵਿੱਚ ਲੜੀਆਂ ਗਈਆਂ। ਇਹਨਾਂ ਨੂੰ ਆਪਾਂ ਪੜ੍ਹਦੇ ਹਾਂ ਬਹੁਤ ਵਧੀਆ ਢੰਗ ਦੇ ਨਾਲ। ਤੇ ਪਹਿਲਾਂ ਡੇਟ ਯਾਦ ਰੱਖਣੀ ਹੈ ਰਾਜੇ ਜ਼ਰੂਰ ਸਾਰਿਆਂ ਨੇ ਕਿ 1845 ਤੋਂ ਲੈ ਕੇ 1846। ਠੀਕ ਹੈ ਜੀ, ਤਾਂ 1 ਮਿੰਟ ਮੈਂ ਕਲਰ ਚੇਂਜ ਕਰ ਲਵਾਂ ਤੁਹਾਡੇ ਹੈਲਪ ਵਾਸਤੇ ਕਿ ਤੁਹਾਨੂੰ ਥੋੜਾ ਜਿਹਾ ਕਲੀਅਰ ਨਜ਼ਰ ਆ ਜਾਵੇ, ਕਿਉਂਕਿ ਮੈਂ ਰੈੱਡ ਕਲਰ ਆਲਰੇਡੀ ਲਿਆ ਹੋਇਆ ਉੱਥੇ। ਅੱਛਾ ਜੀ, ਆਪਾਂ ਗੱਲ ਕਰਦੇ ਹਾਂ ਇਸ ਤੋਂ ਬਾਅਦ। ਗੱਲ ਕੀ ਹੈ ਜੀ, ਪਹਿਲਾ ਐਂਗਲੋ ਸਿੱਖ ਵਾਰ ਦਾ ਕਾਰਨ ਕੀ ਬਣਿਆ? ਕਹਿੰਦਾ ਜੀ ਕਾਰਨ ਇਹ ਬਣਿਆ ਵੀ ਜਦੋਂ ਮਹਾਰਾਜਾ ਦਲੀਪ ਸਿੰਘ ਜੀ ਨੂੰ ਰਾਜਾ ਬਣਾਇਆ ਗਿਆ ਤਾਂ ਉਹ ਹਜੇ ਨਾਬਾਲਗ ਸੀਗੇ। ਕਹਿਣ ਦਾ ਮਤਲਬ ਉਹਨਾਂ ਦੀ ਉਮਰ ਬਹੁਤ ਛੋਟੀ ਸੀਗੀ, 5 ਤੋਂ ਲੈ ਕੇ 6 ਸਾਲ ਦੀ ਉਮਰ ਸੀਗੀ ਉਹਨਾਂ ਦੀ। ਪਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਮਾਤਾ ਜੀ ਸੀਗੇ, ਮਹਾਰਾਣੀ ਜਿੰਦ ਕੌਰ ਜੀ ਸੀਗੇ, ਉਹ ਉਹਨਾਂ ਦੀ ਅਗਵਾਈ ਕਰ ਰਹੇ ਸੀਗੇ। ਕਹਿਣ ਦਾ ਮਤਲਬ ਉਹਨਾਂ ਨੂੰ ਪੂਰੀ ਸਮਝ ਸੀਗੀ ਵੀ ਅੱਗੇ ਕੀ ਹੋਣਾ ਤੇ ਕਿਵੇਂ ਹੋਣਾ। ਬਸ ਕਹਿਣ ਦਾ ਮਤਲਬ ਕਿ ਮਹਾਰਾਜਾ ਦਲੀਪ ਸਿੰਘ ਜੀ ਨੂੰ ਅਜੇ ਇੰਨੀ ਸਮਝ ਨਹੀਂ ਸੀਗੇ, ਇਹ ਬੱਚੇ ਸੀਗੇ। ਜਸਟ ਐਂ ਕਹਿ ਸਕਦੇ ਹਾਂ ਕਿ ਆਪਾਂ ਸਿਰਫ ਉਸ ਜਿਹੜਾ ਵੰਸ਼ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ, ਉਹਦੇ ਆਖਰੀ ਰਾਜਾ ਸੀਗੇ। ਤਾਂ ਜਸਟ ਇਹਨਾਂ ਨੇ ਕੀ ਕੀਤਾ ਸੀ, ਇੱਕ ਤਰ੍ਹਾਂ ਦੀ ਪੋਸਟ ਹੋਲਡ ਕੀਤੀ ਸੀਗੀ ਮਹਾਰਾਜਾ ਦੀ। ਤਾਂ ਜੇ ਮੈਂ ਗੱਲ ਕਰਾਂ ਜਦੋਂ ਐਂਗਲੋ ਸਿੱਖ ਵਾਰ ਹੁੰਦੇ ਆ ਤਾਂ ਅੰਗਰੇਜ਼ਾਂ ਦੇ ਵਿੱਚ ਕੌਣ ਸੀਗਾ ਜੀ? ਲਾਰਡ ਹਾਰਡਿੰਗ ਕੌਣ ਸੀਗਾ? ਭਾਰਤ ਦਾ ਗਵਰਨਰ ਜਨਰਲ। ਤੁਹਾਨੂੰ ਪਤਾ ਉਸ ਟਾਈਮ ਤੇ ਗਵਰਨਰ ਜਨਰਲ ਹੁੰਦੇ ਸੀਗੇ, ਭਾਰਤ ਦੇ ਪੋਸਟ ਹੁੰਦੀ ਸੀਗੀ। ਤਾਂ ਲਾਰਡ ਹਾਰਡਿੰਗ ਸੀਗਾ, ਵੀ ਯਾਦ ਰੱਖਣਾ। ਤਾਂ ਇਹ ਪੁੱਛਿਆ ਜਾਂਦਾ ਹੁੰਦਾ। ਹੁਣ ਆਪਾਂ ਦੇਖਦੇ ਹਾਂ ਜੀ ਹੇਠ ਲਿਖੇ ਕਿਹੜੇ ਯੁੱਧ ਹੋਏ ਆ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ। ਤਾਂ ਸਭ ਤੋਂ ਪਹਿਲੀ ਲੜਾਈ ਹੋਈ ਹੈ ਰਾਜੇ ਮੁਦਕੀ ਦੀ ਲੜਾਈ। ਤਾਂ ਮੁਦਕੀ ਰਾਜੇ ਜੇ ਤੁਸੀਂ ਜਾਓਗੇ, ਜੇ ਆਪਾਂ ਜਾਈਏ ਇਧਰੋਂ ਮੋਗੇ ਤੋਂ ਜਾਈਏ ਤੇ ਉਧਰੋਂ ਫਿਰੋਜ਼ਪੁਰ ਤੋਂ ਆਈਏ ਤਾਂ ਸੈਂਟਰ ਦੇ ਵਿਚਕਾਰ ਇੱਕ ਇਲਾਕਾ ਪੈਂਦਾ ਫਿਰੋਜ਼ਸ਼ਾਹ, ਮੁਦਕੀ, ਇਹ ਸਾਰੇ ਇਲਾਕੇ ਉੱਥੇ ਪੈਂਦੇ ਆ। ਉੱਥੇ ਸਿੱਖ ਵਾਰ ਮੈਮੋਰੀਅਲ ਵੀ ਬਣਿਆ ਹੋਇਆ, ਉਹ 2 ਨਦੀਆਂ ਦੇ ਵਿਚਕਾਰ ਬਣਿਆ ਹੋਇਆ। ਸ਼ਾਇਦ ਤੁਸੀਂ ਦੇਖਿਆ ਹੋਵੇ ਕਿਸੇ ਨੇ, ਜੇ ਤੁਸੀਂ ਉਸ ਇਲਾਕੇ ਦੇ ਵਿੱਚ ਗਏ ਹੋ ਜਾਂ ਉਸ ਇਲਾਕੇ ਨੂੰ ਬਿਲੋਂਗ ਕਰਦੇ ਹੋ। ਤਾਂ ਮੈਂ ਉਸ ਇਲਾਕੇ ਨੂੰ ਬਿਲੋਂਗ ਕਰਦਾ, ਯਾਨੀ ਕਿ ਫਾਜ਼ਿਲਕਾ ਨੂੰ। ਤਾਂ ਫਿਰੋਜ਼ਪੁਰ ਦੇ ਨੇੜੇ ਤੇੜੇ ਬਣਿਆ ਹੋਇਆ, ਤੁਸੀਂ ਜਰੂਰ ਜਾਇਓ ਤਾਂ ਜਰੂਰ ਉੱਥੇ ਸ਼ਹੀਦਾਂ ਨੂੰ ਕੀ ਹੈ ਨਮਸਤਕ ਹੋ ਕੇ ਆਇਓ ਪਲੀਜ਼, ਕਿਉਂਕਿ ਇਹ ਆਪਣਾ ਬਹੁਤ ਅਣਮੁੱਲਾ ਇਤਿਹਾਸ ਹੈ ਜਿਹਦੇ ਬਾਰੇ ਕਦੇ ਨਾ ਤਾਂ ਕਿਸੇ ਬੁੱਕਸ ਦੇ ਵਿੱਚ ਪੜ੍ਹਾਇਆ ਜਾਂਦਾ ਤੇ ਨਾ ਹੀ ਕੋਈ ਪੜ੍ਹਾਉਣਾ ਚਾਹੁੰਦਾ। ਤਾਂ ਗੱਲ ਕਰਦੇ ਹਾਂ ਜੀ, ਮੁਦਕੀ ਦੀ ਲੜਾਈ ਹੋਈ ਸੀਗੀ ਰਾਜੇ 18 ਦਸੰਬਰ 1845 ਨੂੰ ਹੋਈ ਹੈ। ਤਾਂ ਕਾਰਨ ਕੀ ਬਣਿਆ? ਦੇਖੋ ਆਮ ਬੁੱਕਸ ਦੇ ਵਿੱਚ ਡਾਇਰੈਕਟ ਲਿਖਿਆ ਹੁੰਦਾ, ਲੇਕਿਨ ਕਾਰਨ ਕੀ ਬਣਿਆ, ਕਾਰਨ ਜਾਣਨਾ ਬਹੁਤ ਜ਼ਰੂਰੀ ਹੈ। ਜਦੋਂ ਆਪਾਂ ਨੂੰ ਕਾਰਨ ਪਤਾ ਲੱਗ ਗਿਆ ਤਾਂ ਆਪਾਂ ਉਸ ਚੀਜ਼ ਨੂੰ ਕੀ ਹਮੇਸ਼ਾ ਯਾਦ ਰੱਖਾਂਗੇ, ਆਪਾਂ ਨੂੰ ਫਿਰ ਰੱਟੇ ਮਾਰਨ ਦੀ ਜ਼ਰੂਰਤ ਨਹੀਂ ਪੈਣੀ। ਕਹਿੰਦਾ ਜੀ 1845 ਦੇ ਸ਼ੁਰੂ ਦੇ ਵਿੱਚ ਕੀ ਕੀਤਾ ਜੀ, ਜਿਹੜਾ ਲਾਰਡ ਹਾਰਡਿੰਗ ਸੀਗਾ, ਜਿਹੜਾ ਜਨਰਲ ਗਵਰਨਰ ਸੀਗਾ, ਠੀਕ ਹੈ ਜੀ, ਉਹਨੇ ਇੱਕ ਬੰਦਾ ਜਿਹੜਾ ਜਨਰਲ ਲੈ ਕੇ ਆਇਆ, ਉਹਦਾ ਨਾਮ ਸੀਗਾ, ਠੀਕ ਹੈ ਜੀ, ਗੱਫ। ਠੀਕ ਹੈ ਜੀ, ਹਿਊ ਗੱਫ ਸੀਗਾ ਉਹਦਾ ਨਾਮ। ਉਹਨਾਂ ਨੇ ਕੰਮ ਕੀ ਕੀਤਾ ਜੀ, ਇਹਨਾਂ ਨੇ ਜਿਹੜਾ ਸਤਲੁਜ ਦਰਿਆ ਸੀਗਾ, ਸਤਲੁਜ ਦਾ ਪਾਣੀ ਜਾਂਦਾ ਜੀ ਉੱਥੇ, ਤੁਸੀਂ ਜਾਓਗੇ ਤਾਂ ਸਤਲੁਜ ਦਾ ਜਿਹੜਾ ਦਰਿਆ ਸੀਗਾ ਰਾਜੇ, ਉੱਤੇ ਕਹਿੰਦਾ ਪੁਲ ਬਣਾਉਣ ਦੀ ਨੀਤ ਦੇ ਨਾਲ ਕੀ ਕਰਤਾ, ਨਵੀਆਂ ਬੇੜੀਆਂ ਬਣਾਉਣੀਆਂ ਸ਼ੁਰੂ ਕਰਤੀਆਂ। ਲੋਕਾਂ ਨੂੰ ਦਿਖਾਵਾ ਕੀ ਕਰ ਰਹੇ ਸੀਗੇ ਕਿ ਅਸੀਂ ਸਤਲੁਜ ਦਰਿਆ ਤੇ ਇੱਕ ਨਵਾਂ ਪੁਲ ਉਸਾਰ ਰਹੇ ਹਾਂ, ਉਹਦੀ ਉਸਾਰੀ ਕਰ ਰਹੇ ਹਾਂ। ਬਟ ਐਕਚੁਅਲ ਦੇ ਵਿੱਚ ਉਹ ਲੜਾਈ ਦੀ ਤਿਆਰੀ ਕਰ ਰਹੇ ਸੀਗੇ, ਉਹ ਨਵੀਆਂ ਬੇੜੀਆਂ ਬਣਾ ਰਹੇ ਸੀਗੇ, ਜੰਗੀ ਬੇੜੀਆਂ ਕਹਿ ਸਕਦੇ ਹਾਂ ਆਪਾਂ, ਜਿਹੜੀਆਂ ਕਿ ਉਦੋਂ ਵਰਤੀਆਂ ਜਾਣਗੀਆਂ। ਉਹਨਾਂ ਦਾ ਮਕਸਦ ਕੀ ਸੀਗਾ ਕਿ ਅਸੀਂ ਸਤਲੁਜ ਦਰਿਆ ਦਾ ਜਿਹੜਾ ਪੁਲ ਹੈਗਾ ਉਹਨੂੰ ਤੋੜ ਦਾਂਗੇ ਤਾਂ ਸਿੱਖ ਫੌਜ ਤੈਰ ਕੇ ਇੱਧਰ ਨਹੀਂ ਆ ਸਕਦੀ ਤੇ ਅਸੀਂ ਆਪਣੀਆਂ ਬੇੜੀਆਂ ਦੇ ਵਿੱਚ ਬਹਿ ਕੇ ਨਿਕਲ ਜਾਾਂਗੇ ਤੇ ਜਿੱਤ ਲਾਂਗੇ ਉਹਨਾਂ ਨੂੰ। ਠੀਕ ਹੈ, ਤਾਂ ਕਹਿੰਦਾ ਜੀ ਅੰਗਰੇਜ਼ਾਂ ਨੇ ਉਸ ਟਾਈਮ ਤੇ ਜਿਹੜਾ ਆਪਦਾ ਏਜੰਟ ਸੀਗਾ, ਦੇਖੋ ਸਿੱਖਾਂ ਨੂੰ ਜਦੋਂ ਵੀ ਮਾਰਿਆ ਉਹਨਾਂ ਦੇ ਆਪਣਿਆਂ ਨੇ ਮਾਰਿਆ। ਕਹਿੰਦਾ ਜੀ ਸਿੱਖ ਕੌਮ ਨਾ ਡਰੇ ਹਥਿਆਰਾਂ ਤੋਂ, ਡਰਦੀ ਕਿਤੋਂ ਆ? ਗਦਾਰਾਂ ਤੋਂ। ਤਾਂ ਗਦਾਰਾਂ ਨੇ ਮਾਰਿਆ ਉਸ ਟਾਈਮ। ਗਦਾਰ ਕੌਣ ਸੀਗਾ? ਜਿਹੜਾ ਤੇਜਾ ਸਿੰਘ ਸੀਗਾ, ਠੀਕ ਹੈ ਜੀ, ਜਨਰਲ ਤੇਜਾ ਸਿੰਘ, ਜਿਹੜਾ ਕਿ ਸਿੱਖ ਫੌਜਾਂ ਦਾ ਜਨਰਲ ਸੀਗਾ ਰਾਜੇ। ਤਾਂ ਉਹਨੇ ਕੀ ਕੀਤਾ ਜੀ, ਅੰਗਰੇਜ਼ਾਂ ਦੇ ਨਾਲ ਮਿਲ ਕੇ ਜਿਹੜੀ ਸਿੱਖ ਫੌਜ ਆ ਉਹਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਹਨੂੰ ਭੜਕਾਇਆ ਕਿਵੇਂ ਆ, ਆਪਾਂ ਅੱਗੇ ਜਾਣਦੇ ਹਾਂ। ਭੜਕਾਉਣ ਦਾ ਕਾਰਨ ਕੀ ਸੀਗਾ ਰਾਜੇ, ਤੁਹਾਨੂੰ ਮੈਂ ਦੱਸਦਾ। ਕਹਿੰਦਾ ਜੀ ਉਹਨੇ ਕੀ ਕੀਤਾ, ਕਹਿੰਦਾ ਲਾਹੌਰ ਦੇ ਵਿੱਚ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਅੰਗਰੇਜ਼ ਹੈਗੇ ਆ
ਉਹ ਲਾਹੌਰ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ। ਲਾਹੌਰ ਕੀ ਸੀਗੀ ਰਾਜੇ? ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਜਧਾਨੀ। ਕਹਿਣ ਦਾ ਮਤਲਬ ਜਦੋਂ ਕਿਸੇ ਦੀ ਰਾਜਧਾਨੀ ਤੇ ਕਬਜ਼ਾ ਹੋ ਗਿਆ, ਕਹਿਣ ਦਾ ਮਤਲਬ ਉਹਨਾਂ ਦੇ ਹੱਥੋਂ ਕੀ ਚਲਾ ਗਿਆ? ਰਾਜ ਭਾਗ ਚਲਾ ਗਿਆ। ਤਾਂ ਉਹ ਭੜਕਾਉਣ ਦਾ ਕੰਮ ਸ਼ੁਰੂ ਕਰਤਾ, ਜਦ ਕਿ ਅੰਗਰੇਜ਼ਾਂ ਦੇ ਵਿੱਚ ਇੰਨੀ ਹਿੰਮਤ ਹਜੇ ਨਹੀਂ ਸੀਗੀ ਕਿ ਉਹ ਰਾਜਧਾਨੀ ਦੇ ਉੱਪਰ ਕਬਜ਼ਾ ਕਰ ਸਕਣ ਜਾਂ ਲੜਾਈ ਦਾ ਕੋਈ ਮਕਸਦ ਲੈ ਕੇ ਆਉਣ ਜਾਂ ਲੜਾਈ ਕਰਨ ਦੀ ਹਿੰਮਤ ਕਰਨ। ਜਸਟ ਉਹ ਡਰਦੇ ਸੀਗੇ ਬਹੁਤ, ਕਿਉਂਕਿ ਇਸੇ ਕਾਰਨ ਕਰਕੇ, ਸਿੱਖਾਂ ਤੋਂ ਡਰਦੇ ਕਰਕੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਬਹੁਤ ਬਹਾਦਰੀ ਨਾਲ ਲੜਦੇ ਆ, ਇਹ ਆਪਣੇ ਗੁਰੂ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਆ, ਇਸ ਕਰਕੇ ਉਹਨਾਂ ਨੂੰ ਪਤਾ ਸੀਗਾ ਕਿ ਸਾਡਾ ਬਹੁਤ ਨੁਕਸਾਨ ਹੋਊਗਾ। ਪਰ ਉਹ ਚਾਹੁੰਦੇ ਸੀਗੇ ਕਿ ਪਹਿਲਾਂ ਸਿੱਖ ਹਮਲਾ ਕਰ ਦੇਣ ਤੇ ਅਸੀਂ ਇਹ ਕਹਾਣੀ ਬਣਾ ਦਾਂਗੇ ਵੀ ਸਿੱਖਾਂ ਨੇ ਸਾਡੇ ਤੋਂ ਪਹਿਲਾਂ ਹਮਲਾ ਕੀਤਾ ਹੈ। ਤਾਂ ਉਸ ਕੰਮ ਵਾਸਤੇ ਉਹਨਾਂ ਨੇ ਆਪਣਾ ਜਿਹੜਾ ਪਹਾੜੀ ਟੱਟੂ ਸੀਗਾ, ਉਹ ਕੌਣ ਸੀਗਾ? ਠੀਕ ਹੈ, ਤੇਜਾ ਸਿੰਘ ਤੇ ਲਾਲ ਸਿੰਘ। ਠੀਕ ਹੈ ਜੀ, ਤੁਹਾਨੂੰ ਅੱਗੇ ਜਾ ਕੇ ਨਾਮ ਆਉਣਗੇ, ਜਨਰਲ ਤੇਜਾ ਸਿੰਘ ਤੇ ਲਾਲ ਸਿੰਘ। ਉਹਨਾਂ ਦੀ ਹੈਲਪ ਲਈ, ਉਹਨਾਂ ਦੀ ਮਦਦ ਲਈ, ਤਾਂ ਕਹਿੰਦਾ ਜੀ ਉਹਨਾਂ ਨੇ ਸਿੱਖ ਫੌਜ ਨੂੰ ਭੜਕਾਉਣਾ ਸ਼ੁਰੂ ਕਰਤਾ ਕਿ ਲਾਹੌਰ ਤੇ ਕਬਜ਼ਾ ਹੋ ਜਾਊਗਾ ਤੇ ਆਪਾਂ ਤਿਆਰੀਆਂ ਕਰੀਏ ਤੇ ਆਪਾਂ ਨੂੰ ਪਹਿਲਾਂ ਹੀ ਹਮਲਾ ਕਰ ਦੇਣਾ ਚਾਹੀਦਾ ਅੰਗਰੇਜ਼ਾਂ ਤੇ। ਠੀਕ ਹੈ, ਇਹ ਸੱਚੀ ਸਮਝੀ ਚਾਲ ਸੀਗੀ ਅੰਗਰੇਜ਼ਾਂ ਦੀ ਤੇ ਉਹਦੀ। ਠੀਕ ਹੈ ਜੀ, ਤੇਜਾ ਸਿੰਘ ਦੀ। ਤਾਂ ਗੱਲ ਕਰਦੇ ਆ ਜੀ, ਕਹਿੰਦਾ ਨਵੰਬਰ 1845 ਦੇ ਵਿੱਚ ਕੀ ਹੋਇਆ ਸੀਗਾ? ਜਿਹੜੇ ਫੌਜ ਦੇ ਮੁਖੀ ਸੀਗੇ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧ ਬਣੀ ਹੋਈ ਆ, ਉੱਥੇ ਇਕੱਠੇ ਹੋਏ ਸੀਗੇ। ਉੱਥੇ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਤੇ ਉੱਥੇ ਆਪਣੇ ਇੱਕ ਮਹਾਨ ਸਿੱਖ ਜਰਨੈਲ ਜਿਹੜੇ ਸ਼ਾਮ ਸਿੰਘ ਅਟਾਰੀ ਵਾਲਾ ਤੇ ਮਹਾਰਾਣੀ ਜਿੰਦਾ, ਇਹ ਚਾਹੁੰਦੇ ਸੀਗੇ ਕਿ ਹਜੇ ਲੜਾਈ ਨਾ ਲੜੀ ਜਾਵੇ, ਕਿਉਂਕਿ ਹਜੇ ਆਪਾਂ ਨੂੰ ਪਹਿਲ ਨਹੀਂ ਕਰਨੀ ਚਾਹੀਦੀ। ਬਟ ਜਿਹੜਾ ਇਹ ਸੀਗਾ ਆਪਣਾ ਅੰਗਰੇਜ਼ਾਂ ਦਾ ਜਿਹੜਾ ਚਮਚਾ ਸੀਗਾ, ਠੀਕ ਹੈ, ਜਿਹੜਾ ਬ੍ਰਾਹਮਣ ਅਤੇ ਡੋਗਰੇ ਸੀਗੇ ਜਿਹੜੇ, ਠੀਕ ਹੈ ਜੀ, ਇਹ ਸਾਰੇ ਹੱਕ ਦੇ ਵਿੱਚ ਸਨ ਕਿ ਲੜਾਈ ਹੋ ਜਾਵੇ, ਕਿਉਂਕਿ ਇਹ ਸਾਜ਼ਿਸ਼ ਕੀ ਸੀਗੀ? ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀਗੇ। ਮਿਲੇ ਹੋਣ ਕਰਕੇ ਇਹ ਚਾਹੁੰਦੇ ਸੀਗੇ ਲੜਾਈ ਹੋ ਜਾਵੇ। ਤਾਂ ਕਹਿੰਦੇ ਜੀ ਰਾਣੀ ਜਿੰਦਾ ਤੇ ਸ਼ਾਮ ਸਿੰਘ ਅਟਾਰੀ ਵਾਲਾ ਦੀ ਜਿਹੜੀ ਸਲਾਹਾਂ ਸੀਗੀਆਂ, ਉਹਨੂੰ ਨਜ਼ਰ ਅੰਦਾਜ਼ ਕਰਵਾ ਕੇ ਇਹਨਾਂ ਨੇ ਕੀ ਕੀਤਾ? ਲਾਲ ਸਿੰਘ ਤੇ ਤੇਜਾ ਸਿੰਘ ਨੇ ਕੀ ਕੀਤਾ? ਅੰਗਰੇਜ਼ਾਂ ਦੇ ਨਾਲ ਕਹਿੰਦਾ ਜੰਗ ਸੰਬੰਧੀ ਸਾਰੇ ਹੱਕ ਕੀ ਕਰ ਲਏ? ਆਪ ਹਾਸਲ ਕਰ ਲਏ। ਕਹਿਣ ਦਾ ਮਤਲਬ ਫੌਜ ਦੀ ਅਗਵਾਈ ਕੀ ਕਰਨ ਲੱਗੇ? ਆਪ ਕਰਨ ਲੱਗੇ। ਤਾਂ ਫੌਜ ਨੂੰ ਆਪਣੇ ਵੱਸ ਦੇ ਵਿੱਚ ਕਰ ਲਿਆ। ਤਾਂ ਜਦੋਂ ਵੱਸ ਦੇ ਵਿੱਚ ਕਰ ਲਿਆ ਤਾਂ ਫੌਜ ਨੂੰ ਕੀ ਆ? ਕਠਪੁਤਲੀ ਦੇ ਵਾਂਗੂ ਇਹਨਾਂ ਨੇ ਕੀ ਕੀਤਾ? ਵਰਤੋਂ ਕੀਤੀ। ਤਾਂ ਉਧਰ ਕਹਿੰਦਾ ਜੀ, ਜੇ ਇੱਧਰ ਇਹ ਤਿਆਰੀ ਕਰ ਰਹੇ ਸੀਗੇ, ਤਿਆਰੀ ਤਾਂ ਇਹ ਚਲੋ ਅੰਗਰੇਜ਼ਾਂ ਦੇ ਹੁਕਮ ਦੇ ਨਾਲ ਹੀ ਕਰਦੇ ਪਏ ਸੀਗੇ, ਤਾਂ ਉਧਰ ਵੀ ਕਹਿੰਦੇ ਅੰਗਰੇਜ਼ ਜਿਹੜੇ ਸੀਗੇ 20 ਨਵੰਬਰ 1845 ਦੇ ਦਿਨ ਕਹਿੰਦਾ ਅੰਬਾਲਾ ਤੇ ਜਿਹੜੀ ਮੇਰਠ ਦੀਆਂ ਛਾਉਣੀਆਂ ਹੈਗੀਆਂ ਉਹਦੇ ਵਿੱਚ ਬੈਠੀ ਫੌਜ ਨੂੰ ਹੁਕਮ ਦੇਤਾ, ਭਾਈ ਤਿਆਰ ਬਰ ਤਿਆਰ ਰਹੋ, ਲੜਾਈ ਕਦੇ ਵੀ ਹੋ ਸਕਦੀ ਹੈ। ਤਾਂ ਗੱਲ ਕਰਦੇ ਹਾਂ ਜੀ ਅੱਗੇ ਕਹਾਣੀ ਕੀ ਬਣੀ। ਕਹਾਣੀ ਇਹ ਬਣੀ ਜੀ 10 ਦਸੰਬਰ 1845 ਨੂੰ ਜਿਹੜੀਆਂ ਫੌਜਾਂ ਸੀਗੀਆਂ ਇਹ ਫਿਰੋਜ਼ਪੁਰ ਵੱਲ ਨੂੰ ਚੱਲ ਪਈਆਂ। ਕਿਹੜੀਆਂ? ਅੰਗਰੇਜ਼ਾਂ ਦੀਆਂ। ਤਾਂ ਕਹਿੰਦਾ ਜੀ ਇਸ ਦੇ ਨਾਲ ਹੀ ਕਹਿੰਦਾ ਜੀ ਲੁਧਿਆਣਾ ਦੇ ਵਿੱਚ ਅੰਗਰੇਜ਼ੀ ਫੌਜ ਦਾ ਬ੍ਰਿਗੇਡੀਅਰ ਜਿਹੜਾ ਵੀਲਰ ਸੀਗਾ, ਵੀਲਰ ਵੀ ਇੱਕ ਵੱਡੀ ਫੌਜ ਲੈ ਕੇ ਫਿਰੋਜ਼ਪੁਰ ਵੱਲ ਨੂੰ ਚੱਲ ਪਿਆ। ਕਹਿਣ ਦਾ ਮਤਲਬ ਜਿਹੜੀ ਅੰਗਰੇਜ਼ਾਂ ਦੀਆਂ 2-3 ਟੁਕੜੀਆਂ ਇਕੱਠੀਆਂ ਹੋ ਕੇ ਆਈਆਂ, ਤਾਂ ਕਹਿਣ ਦਾ ਮਤਲਬ ਕਿ ਬਹੁਤ ਤਾਕਤ ਦੇ ਵਿੱਚ ਆਈਆਂ ਸੀ। ਉਹਨਾਂ ਨੂੰ ਪਤਾ ਸੀ ਕਿ ਸਿੱਖ ਸਾਡਾ ਬਹੁਤ ਨੁਕਸਾਨ ਕਰਨਗੇ। ਤਾਂ ਫਿਰੋਜ਼ਪੁਰ ਵੱਲ ਨੂੰ ਚੱਲ ਪਏ। ਤਾਂ ਜਦੋਂ ਫਿਰੋਜ਼ਪੁਰ ਵੱਲ ਨੂੰ ਚੱਲ ਪਏ, ਕਹਿੰਦੇ ਜੀ 17 ਦਸੰਬਰ 1845 ਦੀ ਸ਼ਾਮ ਨੂੰ ਅੰਗਰੇਜ਼ੀ ਫੌਜ ਜਿਹੜੀ ਹੈਗੀ ਆ ਮੁਦਕੀ ਪਹੁੰਚ ਗਈ। ਤਾਂ 17 ਦਸੰਬਰ ਨੂੰ ਪਹੁੰਚ ਗਈ ਤੇ ਲੜਾਈ ਕਦੋਂ ਹੋਊਗੀ? 18 ਨੂੰ ਹੋਊਗੀ। ਤਾਂ ਯਾਦ ਰੱਖ ਲਿਓ 18 ਨੂੰ ਲੜਾਈ ਐਕਚੁਅਲ ਦੇ ਵਿੱਚ ਹੁੰਦੀ ਹੈ। ਤਾਂ 17 ਨੂੰ ਪਹੁੰਚ ਗਈ ਜੀ ਅੰਗਰੇਜ਼ੀ ਫੌਜ। ਤਾਂ ਉਧਰੋਂ ਆਪਣੇ ਵਾਲੇ ਤਾਂ ਉੱਥੇ ਹੀ ਬੈਠੇ ਹੋਏ ਸੀ ਪਹਿਲਾਂ ਹੀ। ਤਾਂ ਕਹਿਣ ਦਾ ਮਤਲਬ ਵੀ ਕਹਿੰਦਾ ਜੀ ਅੰਬਾਲਾ ਹੋ ਗਿਆ, ਲੁਧਿਆਣਾ ਹੋ ਗਿਆ ਤੇ ਫਿਰੋਜ਼ਪੁਰ ਵਿਚਲੀਆਂ ਜਿਹੜੀਆਂ ਫੌਜਾਂ ਦੀ ਗਿਣਤੀ ਮਿਲਾ ਕੇ ਅੰਗਰੇਜ਼ਾਂ ਕੋਲੇ ਕੀ ਸੀਗੀ? 17,000 ਆਪਣੇ ਬੰਦੇ ਸੀਗੇ, ਪਲੱਸ ਉਹਨਾਂ ਕੋਲੇ ਆਧੁਨਿਕ ਤੋਪਾਂ ਸੀਗੀਆਂ ਜਿਹੜੀਆਂ ਕਿ ਘੱਟੋ ਘੱਟ 70 ਦੇ ਨੇੜੇ ਤੇੜੇ ਸੀਗੀਆਂ। 69, ਠੀਕ ਹੈ, ਇੱਕ ਘੱਟ 70, 69 ਤੋਪਾਂ ਸੀਗੀਆਂ। ਤੇ ਜਿਹਦੇ ਕਰਕੇ ਕੀ ਹੋਇਆ ਜੀ, ਅੱਗੇ ਜਾ ਕੇ ਆਪਾਂ ਦੇਖਦੇ ਹਾਂ ਯੁੱਧ ਦੇ ਵਿੱਚ ਕੀ ਹੁੰਦਾ। ਤਾਂ ਅੱਗੇ ਜਾ ਕੇ ਦੇਖਦੇ ਹਾਂ ਜੀ, ਕਹਿੰਦਾ ਲਾਹੌਰ ਦੇ ਵਿੱਚ ਜਿਹੜਾ ਲਾਲ ਸਿੰਘ ਤੇ ਤੇਜਾ ਸਿੰਘ ਸੀ, ਉਹਨਾਂ ਨੇ 24 ਨਵੰਬਰ 1845 ਨੂੰ ਫੌਜਾਂ ਨੂੰ ਕੂਚ ਕਰਨ ਦਾ ਹੁਕਮ ਦਿੱਤਾ ਸੀ ਪਹਿਲਾਂ ਹੀ। ਠੀਕ ਹੈ, 24 ਨਵੰਬਰ। ਠੀਕ ਹੈ ਜੀ, ਮੈਂ ਪਹਿਲਾਂ ਦੀ ਗੱਲ ਕਰਦਾ ਪਿਆ। ਤਾਂ ਫੌਜਾਂ ਉਸ ਟਾਈਮ ਤੇ ਪੈਦਲ ਚੱਲਦੀਆਂ ਸੀਗੀਆਂ, ਟਾਈਮ ਲੱਗਦਾ ਸੀ। ਤਾਂ ਇਹ ਲਾਹੌਰ ਤੋਂ ਚੱਲ ਕੇ ਕਿੱਥੇ ਪਹੁੰਚੀਆਂ? ਮੁਦਕੀ ਵਾਲੀ ਸਾਈਡ। ਤਾਂ 12 ਦਸੰਬਰ ਨੂੰ ਕਹਿੰਦਾ ਇਹ ਫੌਜਾਂ ਦਰਿਆ ਪਾਰ ਕਰਕੇ ਲਾਹੌਰ ਦਰਬਾਰ ਦੇ ਸਤਲੁਜ ਦਰਿਆ ਦੇ ਦੂਜੇ ਪਾਸੇ ਪਹੁੰਚ ਗਈਆਂ। ਤੇ ਜਦੋਂ ਪਹੁੰਚ ਗਈਆਂ, ਭਾਈ ਅੰਗਰੇਜ਼ਾਂ ਫੌਜ ਪਹਿਲਾਂ ਹੀ ਉੱਥੇ ਆਈ ਹੋਈ ਸੀ। ਤੇ ਕਹਿੰਦਾ ਜੀ ਇਹ ਸਿੱਖ ਫੌਜਾਂ ਦੇ ਵਿੱਚ ਗਦਾਰਾਂ ਨੇ ਇਹ ਅਫਵਾਹ ਫੈਲਾਤੀ ਕਿ ਜਿਹੜੇ ਅੰਗਰੇਜ਼ ਆ ਸਾਨੂੰ ਹਰਾਉਣਾ ਚਾਹੁੰਦੇ ਆ, ਤਾਂ ਹਰਾ ਕੇ ਦਿੱਲੀ ਤੇ ਕਬਜ਼ਾ ਕਰਨਗੇ ਪਹਿਲਾਂ, ਤੇ ਇਸ ਤੇ ਮਗਰੋਂ ਕਲਕੱਤੇ ਤੇ ਕਾਬੂ ਕਰਨਗੇ। ਠੀਕ ਹੈ ਜੀ। ਤਾਂ ਮਤਲਬ ਕਿ ਉਹਨਾਂ ਨੇ ਦੋਨੇ ਪਾਸੇ ਅੱਗ ਲਾਈ। ਤਾਂ ਉਧਰ ਪਾਸੇ ਅੱਗ ਲਾਤੀ ਵੀ ਹਾਂ ਸਿੱਖਾਂ ਨੂੰ ਤੁਸੀਂ ਹਮਲਾ ਕਰ ਦਵੋ, ਤੇ ਇੱਧਰ ਸਿੱਖਾਂ ਨੂੰ ਐਂ ਕਹਿਤਾ ਕਿ ਆਪਾਂ ਕੀ ਕਰਨਾ, ਆਪਾਂ ਅੰਗਰੇਜ਼ਾਂ ਨੂੰ ਹਰਾਉਣਾ ਹੈ, ਆਪਾਂ ਅੰਗਰੇਜ਼ਾਂ ਨੂੰ ਪਹਿਲਾਂ ਹਰਾਵਾਂਗੇ, ਫਿਰ ਆਪਾਂ ਦਿੱਲੀ ਤੇ ਕਬਜ਼ਾ ਕਰ ਲਾਂਗੇ। ਕਹਿਣ ਦਾ ਮਤਲਬ ਆਪਣਾ ਸਿੱਖ ਰਾਜ ਦੁਆਰਾ ਕਾਇਮ ਕਰਾਂਗੇ। ਦਿੱਲੀ ਤੇ ਕਬਜ਼ਾ ਕਰਨ ਤੋਂ ਬਾਅਦ ਆਪਾਂ ਕਲਕੱਤੇ ਤੇ ਕਬਜ਼ਾ ਕਰਾਂਗੇ, ਕਲਕੱਤੇ ਤੋਂ ਕਰਨ ਤੋਂ ਬਾਅਦ ਆਪਾਂ ਲੰਡਨ ਤੇ ਕਰ ਲਾਂਗੇ। ਕਹਿਣ ਦਾ ਮਤਲਬ ਕਿ ਆਪਾਂ ਸਾਰੇ ਪਾਸੇ ਕਬਜ਼ਾ ਕਰਾਂਗੇ। ਇਹ ਸਿੱਖ ਫੌਜਾਂ ਨੂੰ ਕਿਹਾ ਗਿਆ, ਲੇਕਿਨ ਅੰਦਰੋਂ ਕੀ ਸੀਗੇ? ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀਗੇ। ਕਹਿਣ ਦਾ ਮਤਲਬ ਸਿੱਖ ਫੌਜਾਂ ਦੇ ਵਿੱਚ ਜੋਸ਼ ਭਰਨ ਵਾਸਤੇ ਉਹਨਾਂ ਨੇ ਕੀ ਕੀਤੀ? ਇੱਕ ਸੋਚੀ ਸਮਝੀ ਬਹੁਤ ਵੱਡੀ ਚਾਲ ਚੱਲੀ। ਤਾਂ ਚਾਲ ਚੱਲ ਗਈ ਜੀ, ਕਾਮਯਾਬ ਵੀ ਹੋ ਗਏ ਅੱਗੇ ਜਾ ਕੇ। ਤਾਂ ਅੱਗੇ ਜਾ ਕੇ ਕੀ ਹੋ ਗਿਆ ਜੀ, ਕਹਿੰਦਾ ਜੀ ਅੰਗਰੇਜ਼ਾਂ ਦੇ ਨਾਲ ਬਣਾਈ ਯੋਜਨਾ ਦੇ ਮੁਤਾਬਕ ਲਾਲ ਸਿੰਘ ਨੇ ਮੁਦਕੀ ਦੇ ਵਿੱਚ ਹਮਲਾ ਕਰਵਾਤਾ। ਹਮਲਾ ਜਦੋਂ ਹੋਇਆ ਰਾਜੇ, ਤਾਂ ਦੋਨੇ ਪਾਸੇ ਬਹੁਤ, ਠੀਕ ਹੈ ਜੀ, ਲੜਾਈ ਹੋਈ। ਠੀਕ ਹੈ, ਬੜਾ ਘਸਮਾਨ ਮੱਚਿਆ। ਤਾਂ ਕਹਿੰਦਾ ਜੀ 18 ਦਸੰਬਰ 1845, ਇਹ ਡੇਟ ਯਾਦ ਰੱਖਣੀ ਹੈ, 18 ਦਸੰਬਰ 1845 ਦੇ ਦਿਨ ਮੁਦਕੀ ਵਿੱਚ ਇਸ ਲੜਾਈ ਦੇ ਵਿੱਚ ਲਾਲ ਸਿੰਘ ਦੇ ਧੋਖੇ ਦੇ ਕਾਰਨ ਸਿੱਖ ਫੌਜ ਦੀ ਹਾਰ ਹੋ ਗਈ। ਤਾਂ ਸ਼ਾਹ ਮੁਹੰਮਦ ਲਿਖਦਾ ਜੀ ਆਪਣੇ ਜੰਗਨਾਮੇ ਦੇ ਵਿੱਚ, ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਕਹਿਣ ਦਾ ਮਤਲਬ
ਸਿੱਖ ਫੌਜ ਨਹੀਂ ਹਾਰਦੀ ਸੀਗੀ ਜੇ ਲਾਲ ਸਿੰਘ ਧੋਖਾ ਨਾ ਕਰਦਾ, ਇਹਦੀ ਧੋਖੇ ਕਰਕੇ ਹਾਰ ਗਏ। ਅਦਰਵਾਈਜ਼ ਇਹਨਾਂ ਨੇ ਇੰਨਾ ਨੁਕਸਾਨ ਕੀਤਾ ਕਿ ਜਿਹੜੀ ਅੰਗਰੇਜ਼ੀ ਫੌਜ ਸੀਗੀ ਉਹ ਇੱਕ ਵਾਰੀ ਹਿੱਲ ਗਈ ਸੀਗੀ। ਉਹਨਾਂ ਨੂੰ ਮਤਲਬ ਕਿ ਘੁਟਨੇ ਟੇਕਦੇ ਸੀ, ਗੋਡੇ ਟੇਕਦੇ ਸੀਗੇ, ਕਹਿਣ ਦਾ ਮਤਲਬ। ਬਟ ਜੇ ਰਿਜ਼ਲਟ ਦੇਖੀਏ ਤਾਂ ਰਿਜ਼ਲਟ ਦੇ ਵਿੱਚ ਸਿੱਖਾਂ ਦੀ ਹਾਰ ਹੋਈ ਆ, ਇਤਿਹਾਸ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ। ਪਰ ਹੋਈ ਕਿਹਦੇ ਕਰਕੇ ਆ? ਲਾਲ ਸਿੰਘ ਦੇ ਧੋਖੇ ਕਰਕੇ। ਠੀਕ ਹੈ ਜੀ, ਲਾਲ ਸਿੰਘ ਦੇ ਧੋਖੇ ਕਰਕੇ ਇਹ ਹਾਰ ਹੋ ਗਈ। ਤਾਂ ਕਹਿੰਦਾ ਜੀ ਇਸ ਲੜਾਈ ਦੇ ਵਿੱਚ ਉਹਨਾਂ ਦਾ ਨੁਕਸਾਨ ਕੀ ਹੋਇਆ? ਉਹਨਾਂ ਦੇ ਜਿਹੜੇ ਗਵਰਨਰ ਜਨਰਲ ਦੇ ਦੋ ਜਿਹੜੇ ਏਡੀਜ਼ ਹੁੰਦੇ ਆ, ਸਰ ਰੋਬਰਟ ਸੇਲ ਤੇ ਸਰ ਜੋਸਫ ਮੈਕਗੈਕਸਿਲ, ਇਸ ਤੋਂ ਇਲਾਵਾ ਕਹਿੰਦਾ 215 ਅੰਗਰੇਜ਼ੀ ਫੌਜੀ ਵੀ ਮਾਰੇ ਗਏ ਤੇ 657 ਜਿਹੜੇ ਫੌਜੀ ਸੀਗੇ ਜ਼ਖਮੀ ਹੋ ਗਏ। ਚਲੋ ਇਹ ਨਹੀਂ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਕਦੇ ਵੀ, ਇਹ ਤੁਹਾਡੀ ਜਾਣਕਾਰੀ ਵਾਸਤੇ ਹੈ। ਤਾਂ ਇਹ ਸੀਗੀ ਜੀ ਤੁਹਾਡੀ ਮੁਦਕੀ ਦੀ ਲੜਾਈ। ਇਸ ਤੋਂ ਬਾਅਦ ਫਿਰ ਅਗਲੀ ਲੜਾਈ ਹੋਊਗੀ ਰਾਜੇ। ਮੁਦਕੀ ਦੀ ਲੜਾਈ ਜਦੋਂ ਹੋ ਗਈ ਹੈ ਤਾਂ ਕਹਿੰਦਾ ਜੀ ਸਿੱਖ ਬੜੇ ਆਰਾਮ ਦੇ ਨਾਲ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ ਪੁੱਜ ਸਕਦੇ ਆ, ਪਰ ਲਾਲ ਸਿੰਘ ਨੇ ਕੀ ਕੀਤਾ? ਸਿੱਖ ਫੌਜਾਂ ਨੂੰ ਬੱਦੋਵਾਲ ਤੱਕ ਅੱਗੇ ਨਹੀਂ ਜਾਣ ਦਿੱਤਾ। ਤਾਂ ਕਹਿਣ ਦਾ ਮਤਲਬ ਇਸ ਲੜਾਈ ਦਾ ਸਿੱਟਾ ਕੀ ਨਿਕਲਦਾ ਸੀਗਾ ਕਿ ਸਿੱਖ ਤਾਂ ਪਹੁੰਚ ਸਕਦੇ ਸੀ ਬੜੇ ਆਰਾਮ ਦੇ ਨਾਲ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ, ਪਰ ਜਿਹੜਾ ਲਾਲ ਸਿੰਘ ਸੀਗਾ ਉਹਨਾਂ ਨੇ ਫੌਜਾਂ ਨੂੰ ਕੀ ਕਹਿੰਦਾ? ਬੱਦੋਵਾਲ। ਬੱਦੋਵਾਲ ਕਿੱਥੇ ਰਾਜੇ? ਲੁਧਿਆਣੇ ਦੇ ਕੋਲੇ। ਤਾਂ ਬੱਦੋਵਾਲ ਤੋਂ ਅੱਗੇ ਨਹੀਂ ਜਾਣ ਦਿੱਤਾ ਤੇ ਫਿਰ ਕਹਿੰਦਾ ਜੀ ਸਤਲੁਜ ਦਰਿਆ ਦੇ ਕੰਢੇ ਤੱਕ ਕੀ ਆ? ਰੁਕਣ ਦਾ ਹੁਕਮ ਦਿੱਤਾ। ਉਹ ਕੰਢੇ ਦੇ ਵਿੱਚ ਰੁਕਣ ਦਾ ਹੁਕਮ ਤਾਂ ਦਿੰਦਾ ਸੀ ਕਿਉਂਕਿ ਦਰਿਆ ਦੇ ਇੱਕ ਪਾਸੇ ਉਹ ਸੀਗੇ, ਇੱਕ ਪਾਸੇ ਉਹ ਸੀਗੇ। ਉਹਨਾਂ ਕੋਲੇ ਕੀ ਸੀਗੇ? ਜੰਗੇ ਬੇੜੀਆਂ ਸੀਗੀਆਂ, ਬਟ ਇਹਨਾਂ ਵਿਚਾਰਿਆਂ ਕੋਲੇ ਕੁਝ ਨਹੀਂ ਸੀਗਾ, ਤੈਰ ਕੇ ਆ ਸਕਦੇ ਸੀ ਤੇ ਪੁਲ ਉਹਨਾਂ ਨੇ ਤੋੜਤਾ ਸੀਗਾ। ਤੋੜਨਗੇ ਕਦੋਂ? ਹੁਣ ਅਗਲੀ ਲੜਾਈ ਦੇ ਵਿੱਚ ਤੋੜ ਦੇਣਗੇ। ਕੌਣ? ਜਿਹੜੇ ਆ ਗਦਾਰ ਹੈਗੇ ਆ ਲਾਲ ਸਿੰਘ ਤੇ ਤੇਜਾ ਸਿੰਘ। ਚਲੋ ਜੀ ਆਪਾਂ ਅੱਗੇ ਗੱਲ ਕਰਦੇ ਹਾਂ। ਆ ਦੇਖੋ ਜੀ ਜੰਗਨਾਮਾ ਲਿਖਿਆ ਗਿਆ, ਸ਼ਾਹ ਮੁਹੰਮਦ ਨੇ ਲਿਖਿਆ ਜੀ ਜੰਗਨਾਮਾ। ਉਹਦੇ ਵਿੱਚ ਉਹ ਜ਼ਿਕਰ ਵੀ ਕਰਦਾ ਮੁਦਕੀ ਦੀ ਲੜਾਈ ਦਾ, ਕਿਉਂਕਿ ਬੜਾ ਗਹਿ ਕੱਚ ਲੜਾਈ ਹੋਈ ਸੀਗੀ। ਤਾਂ ਉਹ ਕਹਿੰਦਾ ਕੀ ਹੈ ਜੀ? ਸ਼ਾਹ ਮੁਹੰਮਦ ਕਹਿੰਦਾ ਫੈਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਦੇ। ਠੀਕ ਹੈ ਜੀ, ਫੈਰੂ ਸ਼ਹਿਰ ਮਤਲਬ ਫਿਰੋਜ਼ਸ਼ਾਹ, ਫਿਰੋਜ਼ਸ਼ਾਹ ਦਾ ਇਲਾਕਾ ਪੈਂਦਾ ਮੁਦਕੀ। ਠੀਕ ਹੈ ਜੀ, ਕਹਿੰਦਾ ਫੈਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਦੇ, ਮਤਲਬ ਕਿ ਖੇਤਾਂ ਦੇ ਵਿੱਚ ਕੀ ਆ? ਜ਼ਮੀਨ ਉਹਨਾਂ ਨੇ ਮਿਧਤੀ ਹੈ। ਮਿਧਤੀ ਦਾ ਮਤਲਬ ਕੀ ਆ? ਕਿ ਉੱਥੇ ਲੜਾਈ ਹੋਈ ਗਹਿ ਗੱਚ। ਤੋਫਾਂ ਚੱਲੀਆਂ ਨਹੀਂ ਵਾਂਗੂ ਤੋੜਿਆਂ ਦੇ। ਤੋੜੇ ਹੁੰਦੇ ਜਿਵੇਂ ਬੱਟੇ ਚੱਲਦੇ ਹੁੰਦੇ ਆ, ਤੋੜੇ। ਤੇ ਤੋਪਾਂ ਚੱਲੀਆਂ ਨਹੀਂ ਵਾਂਗੂ ਤੋੜਿਆਂ ਦੇ। ਸਿੰਘ ਸੂਰਮੇ ਆਣ ਮੈਦਾਨ ਲੱਥੇ, ਸਿੰਘ ਸੂਰਮੇ ਆਣ ਮੈਦਾਨ ਲੱਥੇ, ਗੰਜ ਲਾਹ ਸੁੱਟੇ ਉਹਨਾਂ ਗੋਰਿਆਂ ਦੇ। ਕਹਿਣ ਦਾ ਮਤਲਬ ਉਹਨਾਂ ਨੇ ਜਿਹੜੇ ਅੰਗਰੇਜ਼ਾਂ ਦੇ ਸਿਰ ਐਂ ਲਾਏ ਜਿਵੇਂ ਆਪਾਂ ਮਤੀਰੇ ਨੂੰ ਛਿਲਦੇ ਹੁੰਨੇ ਆ, ਵੱਢ ਤੇ। ਮਤਲਬ ਕਹਿਣ ਦਾ ਮਤਲਬ ਬੜੀ ਬਹਾਦਰੀ ਨਾਲ ਲੜੇ, ਉਹਨਾਂ ਨੂੰ ਕੋਈ ਡਰ ਨਹੀਂ ਸੀਗਾ ਤੋਪਾਂ ਦਾ। ਉਹਨਾਂ ਨੇ ਆਪਣਾ ਪੂਰਾ ਸ਼ਸਤਰਾਂ ਦਾ ਕੀ ਕੀਤਾ? ਇਸਤੇਮਾਲ ਕੀਤਾ। ਤਾਂ ਕਹਿਣ ਦਾ ਮਤਲਬ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਕੀ ਕੀਤਾ? ਨੁਕਸਾਨ ਕੀਤਾ। ਬਟ ਇਹਨਾਂ ਕੋਲੇ ਵਿਚਾਰਿਆਂ ਕੋਲੇ ਕੋਈ ਇਦਾਂ ਦਾ ਜਰਨੈਲ ਨਹੀਂ ਸੀਗਾ ਜਿਹੜਾ ਇਹਨਾਂ ਦੀ ਅਗਵਾਈ ਕਰਦਾ, ਅਦਰਵਾਈਜ਼ ਇਹ ਕਦੇ ਹਾਰਦੇ ਨਹੀਂ ਸੀਗੇ। ਤਾਂ ਜੰਗਨਾਮਾ ਦੇ ਵਿੱਚ ਲਿਖਿਆ ਜੀ, ਜੰਗਨਾਮਾ ਜ਼ਰੂਰ ਪੜਿਓ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਜੰਗਨਾਮੇ ਦੇ ਵਿੱਚੋਂ। ਤਾਂ ਗੱਲ ਕਰਦੇ ਹਾਂ ਜੀ ਆਪਾਂ ਦੂਜੀ ਜਿਹੜੀ ਲੜਾਈ ਹੋਈ ਹੈ ਰਾਜੇ, ਉਹ ਹੋਈ ਆ ਫਿਰੋਜ਼ਸ਼ਾਹ ਦੀ ਲੜਾਈ। ਹੁਣ ਮੁਦਕੀ ਤੋਂ ਬਾਅਦ ਅਗਲੀ ਲੜਾਈ ਹੁੰਦੀ ਹੈ ਰਾਜੇ ਫਿਰੋਜ਼ਸ਼ਾਹ ਦੀ। ਇਹ ਕਦੋਂ ਹੁੰਦੀ ਹੈ? 21 ਦਸੰਬਰ ਨੂੰ ਹੁੰਦੀ ਹੈ। 18 ਨੂੰ ਹੋਈ ਸੀ, 21 ਨੂੰ ਹੋਊਗੀ। ਤਾਂ ਇਹਦਾ ਕਾਰਨ ਕੀ ਬਣਦਾ ਤੁਹਾਨੂੰ ਮੈਂ ਦੱਸ ਦਿੰਦਾ। ਕਹਿੰਦਾ ਜੀ ਜਿਹੜਾ ਫਿਰੋਜ਼ਪੁਰ ਦੀ ਲੜਾਈ ਹੈਗੀ ਹੈ, ਕਹਿੰਦਾ 21 ਤੇ 22 ਦਸੰਬਰ 1845 ਨੂੰ ਈਸਟ ਇੰਡੀਆ ਕੰਪਨੀ ਯਾਨੀ ਕਿ ਅੰਗਰੇਜ਼ ਤੇ ਸਿੱਖਾਂ ਦੇ ਵਿਚਕਾਰ ਕਹਿੰਦਾ ਪੰਜਾਬ ਦੇ ਪਿੰਡ ਕਹਿ ਲਓ, ਸ਼ਹਿਰ ਕਹਿ ਲਓ, ਅੱਜ ਕੱਲ ਤਾਂ ਸ਼ਹਿਰ ਹੈ, ਫਿਰੋਜ਼ਸ਼ਾਹ ਦੇ ਵਿੱਚ ਲੜੀ ਗਈ। ਠੀਕ ਹੈ ਜੀ, ਜਿਹਨੂੰ ਫੈਰੂ ਸ਼ਹਿਰ ਵੀ ਕਹਿੰਦੇ ਆ, ਕਿਉਂਕਿ ਦੇਸੀ ਜਿਹੜੇ ਪਿੰਡਾਂ ਦੇ ਲੋਕ ਉੱਥੇ ਪੁਰਾਣਾ ਨਾਮ ਉਹਦਾ ਕੀ ਹੈ? ਫੈਰੂ ਸ਼ਹਿਰ। ਉੱਥੇ ਲੜੀ ਗਈ ਰਾਜੇ। ਤਾਂ ਇਹਦੇ ਵਿੱਚ ਬ੍ਰਿਟਿਸ਼ ਫੌਜ ਦੀ ਅਗਵਾਈ ਕੌਣ ਕਰ ਰਿਹਾ ਸੀਗਾ? ਸਰ ਹਿਊ ਗੱਫ। ਇਹ ਪੁੱਛਿਆ ਜਾਂਦਾ ਹੁੰਦਾ ਰਾਜੇ। ਤਾਂ ਉਧਰ ਕੌਣ ਸੀਗਾ? ਅੰਗਰੇਜ਼ੀ ਜਨਰਲ ਕੌਣ ਸੀਗਾ? ਸਰ ਹਿਊ ਗੱਫ ਸੀਗਾ। ਤੇ ਉਹਦੇ ਨਾਲ ਗਵਰਨਰ ਜਨਰਲ ਕੌਣ ਸੀਗਾ ਉਸ ਟਾਈਮ ਤੇ? ਸਰ ਹੈਨਰੀ ਹਾਰਡਿੰਗ। ਤਾਂ ਗਵਰਨਰ ਜਨਰਲ ਵੀ ਯਾਦ ਰੱਖਣਾ, ਉਸ ਟਾਈਮ ਤੇ ਗਵਰਨਰ ਜਨਰਲ ਕੌਣ ਸੀਗਾ? ਹੈਨਰੀ ਹਾਰਡਿੰਗ। ਤੇ ਇਧਰ ਗਵਰਨਰ ਕਿਹੜਾ ਸੀਗਾ ਰਾਜੇ? ਹਿਊ ਗੱਫ। ਦੋਵਾਂ ਨੂੰ ਯਾਦ ਰੱਖਣਾ, ਠੀਕ ਹੈ। ਦੋਵੇਂ ਤੁਹਾਨੂੰ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਬਣ ਜਾਂਦੇ ਆ। ਤਾਂ ਸਿੱਖਾਂ ਦੀ ਅਗਵਾਈ ਕਿਹਨੇ ਕੀਤੀ? ਫਿਰ ਉਹ ਜਿਹੜਾ ਧੋਖੇਬਾਜ਼ ਲਾਲ ਸਿੰਘ, ਉਹਨੇ ਅਗਵਾਈ ਕੀਤੀ। ਤਾਂ ਅੱਗੇ ਚੱਲਦੇ ਆ ਜੀ। ਕਹਿੰਦਾ ਇਸ ਲੜਾਈ ਦੇ ਵਿੱਚ ਕਹਿੰਦਾ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ, ਪਰ ਕਹਿੰਦਾ ਇਹ ਲੜਾਈ ਬ੍ਰਿਟਿਸ਼ ਫੌਜ ਦੇ ਇਤਿਹਾਸ ਦੇ ਵਿੱਚ ਸਭ ਤੋਂ ਔਖੀ ਲੜਾਈ ਸੀਗੀ, ਕਿਉਂਕਿ ਉਹਨਾਂ ਨੂੰ ਕੀ ਹੈ? ਮੂੰਹ ਦੀ ਖਾਣੀ ਪਈ। ਤਾਂ ਬਹੁਤ ਉਹਨਾਂ ਦਾ ਮਤਲਬ ਕਿ ਨੁਕਸਾਨ ਹੋਇਆ, ਬਟ ਜਿੱਤ ਦੇਖੀਏ ਤਾਂ ਅੰਗਰੇਜ਼ਾਂ ਦੀ ਹੋਈ ਹੈ। ਠੀਕ ਹੈ ਜੀ, ਅੱਗੇ ਚੱਲਦੇ ਆ ਆਪਾਂ। ਤਾਂ ਫੈਰੂਸ਼ਾਹ ਦੀ ਲੜਾਈ ਹੋਣ ਤੋਂ ਬਾਅਦ ਅਗਲੀ ਲੜਾਈ ਹੋਊਗੀ ਜੀ ਬੱਦੋਵਾਲ ਦੀ। ਬੱਦੋਵਾਲ ਕਿੱਥੇ? ਲੁਧਿਆਣੇ ਦੇ ਕੋਲ ਹੈ ਰਾਜੇ, ਇੱਕ ਸ਼ਹਿਰ ਹੈ ਬੱਦੋਵਾਲ, ਛੋਟਾ ਜਿਹਾ ਕਸਬਾ ਹੈ। 21 ਜਨਵਰੀ ਨੂੰ ਉੱਥੇ ਲੜਾਈ ਹੁੰਦੀ ਹੈ ਦੁਬਾਰਾ। ਤਾਂ ਦੇਖਦੇ ਹਾਂ ਜੀ ਉੱਥੇ ਕੀ ਕਹਾਣੀ ਬਣੀ ਆ। ਕਹਿੰਦਾ ਜੀ ਫਿਰੋਜ਼ਸ਼ਾਹ ਦੀ ਲੜਾਈ ਪਿੱਛੋਂ ਕਹਿੰਦਾ 1 ਮਹੀਨੇ ਤੱਕ ਕਹਿੰਦਾ ਕੋਈ ਲੜਾਈ ਨਹੀਂ ਹੋਈ, 1 ਮਹੀਨੇ ਤੱਕ। ਕਿਉਂਕਿ ਦੇਖੋ ਦਸੰਬਰ ਤੋਂ ਬਾਅਦ ਸਿੱਧਾ ਜਨਵਰੀ ਆ ਗਏ ਆਪਾਂ। ਤਾਂ ਪਿਛਲੀ ਲੜਾਈ ਆਪਾਂ ਪੜ੍ਹ ਕੇ ਗਏ ਆ। ਦੇਖੋ ਫਿਰੋਜ਼ਪੁਰ ਦੀ ਲੜਾਈ ਕਦੋਂ ਹੋਈ ਹੈ? 21 ਦਸੰਬਰ ਹੋਈ ਹੈ। ਤੇ ਅਗਲੀ ਲੜਾਈ ਕਦੋਂ ਹੋ ਰਹੀ ਹੈ ਆਪਣੀ? 21 ਜਨਵਰੀ ਹੋ ਰਹੀ ਹੈ। ਕਹਿਣ ਦਾ ਮਤਲਬ ਲਗਭਗ 1 ਮਹੀਨੇ ਦਾ ਗੈਪ ਪੈ ਗਿਆ। ਤਾਂ 1 ਮਹੀਨੇ ਤੱਕ ਕਹਿੰਦਾ ਜੀ ਇਹਨਾਂ ਨੇ ਲੜਾਈ ਕਿਉਂ ਨਹੀਂ ਲੜੀ ਅੰਗਰੇਜ਼ਾਂ ਨੇ? ਕਿਉਂਕਿ ਇਹ ਚਾਹੁੰਦੇ ਸੀਗੇ ਕਿ ਆਪਾਂ ਅਮਲੀ ਰੂਪ ਦੇ ਵਿੱਚ ਕੋਈ ਯੁੱਧ ਨਾ ਹੋਵੇ, ਕਿਉਂਕਿ ਅੰਗਰੇਜ਼ ਆਪਣੀ ਤਾਕਤ ਨੂੰ ਕੀ ਕਰਨਾ ਚਾਹੁੰਦੇ ਸੀਗੇ? ਮਜ਼ਬੂਤ। ਕਿਉਂਕਿ ਉਹਨਾਂ ਨੂੰ 2 ਲੜਾਈਆਂ ਲੜ ਕੇ ਪਤਾ ਲੱਗ ਗਿਆ ਸੀਗਾ ਕਿ ਸਿੱਖ ਸਾਨੂੰ ਹਰਾ ਸਕਦੇ ਹੈ, ਕਿਉਂਕਿ ਇਹ ਬਹੁਤ ਤਕੜੇ ਨੇ, ਕਿਉਂਕਿ ਇਹ ਆਪਣੇ ਜਿਹੜਾ ਮੁਰਸ਼ਦ ਹੈ ਆਪਣਾ ਵਾਹਿਗੁਰੂ ਉਹਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਨੇ। ਤਾਂ ਚਲੋ ਜੀ ਅੱਗੇ ਗੱਲ ਕਰਦੇ ਹਾਂ। ਤਾਂ 21 ਜਨਵਰੀ ਕਹਿੰਦਾ 1800 ਨੂੰ ਸਰਦਾਰ ਰਣਜੋਧ ਸਿੰਘ ਮਜੀਠੀਆ। ਤਾਂ ਹੁਣ ਦੇਖੋ ਜੀ ਰਣਜੋਧ ਸਿੰਘ ਮਜੀਠੀਆ ਜੀ ਆ ਗਏ ਨੇ ਤੇ ਨਾਲ ਆ ਲਾਡਵੇ ਦੇ ਸਰਦਾਰ ਅਜੀਤ ਸਿੰਘ ਨੇ ਮਿਲ ਕੇ ਆਪਣੀ ਸੈਨਾ ਨੂੰ ਸਤਲੁਜ ਦਰਿਆ ਨੂੰ ਪਾਰ ਕੀਤਾ। ਤਾਂ ਪਾਰ ਕਰ ਲਿਆ ਜੀ ਹੁਣ। ਤਾਂ ਕਹਿੰਦੇ ਜੀ ਉਧਰ ਸਰ ਹੈਨਰੀ ਸਮਿਥ, ਯਾਦ ਰੱਖਿਓ ਉਧਰ ਕੌਣ ਹੈ ਜੀ? ਸਰ ਹੈਨਰੀ ਸਮਿਥ ਵੀ ਆਪਣੀ ਸੈਨਾ ਲੈ ਕੇ ਕੀ ਪਹੁੰਚ ਗਿਆ? ਲੁਧਿਆਣੇ ਦੀ ਰੱਖਿਆ ਲਈ ਕੂਚ ਕਰ ਗਿਆ।
ਤਾਂ ਬੱਦੋਵਾਲ ਦੇ ਨੇੜੇ ਬੈਠੀ ਹੈ ਸਿੱਖ ਫੌਜ ਤੇ ਉਹਨਾਂ ਨੂੰ ਖਤਰਾ ਪੈ ਗਿਆ ਵੀ ਲੁਧਿਆਣੇ ਦੀ ਜਿਹੜੀ ਛਾਉਣੀ ਹੈਗੀ ਉੱਤੇ ਕਬਜ਼ਾ ਨਾ ਕਰ ਲੈਣ ਕਿਤੇ ਸਰਦਾਰ ਸਿੱਖ ਤੇ ਸਨ ਹੈਨਰੀ ਸਮਿਥ ਨੇ ਕੀ ਕੀਤਾ ਲੁਧਿਆਣੇ ਵੱਲ ਨੂੰ ਕੂਚ ਕਰ ਲਿਆ। ਪਰ ਲੁਧਿਆਣੇ ਪਹੁੰਚਣ ਤੋਂ ਪਹਿਲਾਂ ਹੀ ਕਹਿੰਦਾ ਬੱਦੋਵਾਲ ਦੇ ਨਾਮੀ ਪਿੰਡ ਦੇ ਵਿੱਚ ਦੋਵਾਂ ਪੱਖਾਂ ਵਿੱਚ ਕੀ ਹੋ ਗਈ ਲੜਾਈ ਸ਼ੁਰੂ ਹੋ ਗਈ। ਲੁਧਿਆਣੇ ਪਹੁੰਚੇ ਨਹੀਂ ਗਏ ਉਹ। ਤਾਂ ਇਸ ਲੜਾਈ ਦੇ ਵਿੱਚ ਕਹਿੰਦਾ ਰਣਜੋਧ ਸਿੰਘ ਮਜੀਠੀਆ ਨੇ ਜਿੱਤ ਪ੍ਰਾਪਤ ਕੀਤੀ। ਇਸ ਵਾਰੀ ਸਿੱਖਾਂ ਦੀ ਹੋਈ ਜਿੱਤ ਹੋਈ ਕਿਉਂਕਿ ਬੰਦਾ ਬਿਲਕੁਲ ਠੀਕ ਸੀਗਾ, ਇਹ ਮਤਲਬ ਕਿ ਗਦਾਰ ਨਹੀਂ ਸੀਗਾ ਤੇ ਇਹਨਾਂ ਨੇ ਕਾਫੀ ਸਾਰਾ ਸਮਾਨ ਜਿਹੜਾ ਖਾਣ ਪੀਣ ਦਾ ਸਮਾਨ ਤੇ ਹਥਿਆਰ ਜਿਹੜੇ ਸੀਗੇ ਅੰਗਰੇਜ਼ਾਂ ਦੇ ਕੀ ਕਰ ਲਏ ਲੁੱਟ ਲਏ। ਤਾਂ ਬੱਦੋਵਾਲ ਦੀ ਲੜਾਈ ਹੋਈ ਹੈ ਜੀ ਇਹ। ਤਾਂ ਅੱਗੇ ਚੱਲਦੇ ਹਾਂ ਜੀ ਇਹਦੇ ਵਿੱਚ ਬੱਦੋਵਾਲ ਦੀ ਲੜਾਈ ਤੋਂ ਬਾਅਦ ਅਗਲੀ ਲੜਾਈ ਜਿਹੜੀ ਹੁੰਦੀ ਹੈ ਰਾਜੇ ਹਫ਼ਤੇ ਦੇ ਗੈਪ ਦੇ ਨਾਲ ਹੁੰਦੀ ਹੈ 28 ਜਨਵਰੀ ਨੂੰ ਫਿਰ ਲੜਾਈ ਹੁੰਦੀ ਹੈ ਅਲੀਵਾਲ ਦੀ ਲੜਾਈ। ਤਾਂ ਇਹ ਹੈਗਾ ਜੀ ਆਪਣਾ ਫਸਟ ਐਂਗਲੋ ਸਿੱਖ ਵਾਰ ਦਾ ਆਖਰੀ ਯੁੱਧ। ਅਲੀਵਾਲ ਦੀ ਲੜਾਈ ਤੋਂ ਬਾਅਦ ਇੱਕ ਹੋਰ ਲੜਾਈ ਹੋਊਗੀ, ਠੀਕ ਹੈ ਜੀ। ਅਲੀਵਾਲ ਦੀ ਲੜਾਈ ਜਿਹੜੀ ਹੁੰਦੀ ਹੈ ਰਾਜੇ 28 ਜਨਵਰੀ 1846 ਨੂੰ ਹੁੰਦੀ ਹੈ। ਇਹ ਵੀ ਸਿੱਖਾਂ ਤੇ ਵਿਚਕਾਰ ਤੇ ਅਲੀਵਾਲ ਦੇ ਸਥਾਨ ਤੇ ਲੜੀ ਗਈ ਹੈ ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ। ਤੇ ਇਹਦੇ ਵਿੱਚ ਕੀ ਸੀਗਾ ਕਹਿੰਦਾ ਜੀ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਅਗਵਾਈ ਕੌਣ ਕਰਦਾ ਸੀਗਾ ਹੈਰੀ ਸਮਿਥ, ਠੀਕ ਆ ਹੈਨਰੀ ਨਹੀਂ ਹੈਰੀ ਸਮਿਥ। ਤੇ ਸਿੱਖਾਂ ਦੀ ਕੌਣ ਕਰਦਾ ਸੀਗਾ ਰਣਜੋਧ ਸਿੰਘ ਮਜੀਠੀਆ। ਤਾਂ ਸੇਮ ਉਹੀ ਬੰਦਾ ਹੈ, ਠੀਕ ਹੈ। ਬਟ ਇਸ ਵਾਰੀ ਕੀ ਹੋਇਆ ਜੀ ਇਸ ਵਾਰੀ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਇਸ ਜਿੱਤ ਕਰਕੇ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਇੱਕ ਮਹੱਤਵਪੂਰਨ ਮੋੜ ਆਇਆ ਕਿਉਂਕਿ ਇਹਨਾਂ ਨੇ ਕੀ ਕੀਤਾ ਬਿਲਕੁਲ ਜਿਹੜਾ ਸਹੀ ਬੰਦਾ ਸੀ ਉਹਨੂੰ ਵੀ ਹਰਾਤਾ ਅੰਗਰੇਜ਼ਾਂ ਨੇ ਕਿਉਂਕਿ ਇਹਨਾਂ ਕੋਲ ਤਾਕਤ ਬਹੁਤ ਜ਼ਿਆਦਾ ਸੀਗੀ ਤੇ ਸਿੱਖਾਂ ਕੋਲੇ ਖਾਣ ਪੀਣ ਦਾ ਸਮਾਨ ਵੀ ਨਹੀਂ ਸੀਗਾ, ਭੁੱਖੇ ਭਾਣੇ ਲੜੇ ਸੀਗੇ ਤੇ ਆਧੁਨਿਕ ਹਥਿਆਰ ਵੀ ਨਹੀਂ ਸੀਗੇ। ਤਾਂ ਅਲੀਵਾਲ ਦੀ ਲੜਾਈ ਦੇ ਵਿੱਚ ਫਿਰ ਉਹਨਾਂ ਦੀ ਕੀ ਹੈ ਅੰਗਰੇਜ਼ਾਂ ਦੀ ਜਿੱਤ ਹੋ ਗਈ। ਆਪਣੇ ਵਿੱਚ ਸਿਰਫ ਇੱਕੋ ਇੱਕ ਲੜਾਈ ਆਪਾਂ ਜਿੱਤੀ ਹੈ, ਠੀਕ ਹੈ ਜੀ। ਉਹ ਤੁਹਾਨੂੰ ਪਤਾ ਕਿਹੜੀ ਲੜਾਈ ਆਪਾਂ ਜਿੱਤ ਕੇ ਗਏ ਆ, ਤੁਹਾਨੂੰ ਪਿੱਛੇ ਪੜਾਇਆ ਮੈਂ ਦੇਖੋ। ਤਾਂ ਇੱਕੋ ਲੜਾਈ ਆਪਾਂ ਜਿੱਤੀ ਹੈ ਜੀ, ਉਹ ਹੈਗੀ ਹੈ ਬੱਦੋਵਾਲ ਦੀ ਲੜਾਈ। ਇਹ ਪੁੱਛਿਆ ਜਾਂਦਾ ਹੁੰਦਾ ਪਹਿਲੇ ਸਿੱਖ ਯੁੱਧ ਦੇ ਵਿੱਚ ਕਿਹੜੀ ਲੜਾਈ ਸਿੱਖਾਂ ਨੇ ਜਿੱਤੀ ਹੈ, ਤਾਂ ਬੱਦੋਵਾਲ ਦੀ ਲੜਾਈ ਜਿੱਤੀ ਹੈ। ਤਾਂ ਯਾਦ ਰੱਖ ਲਓ ਰਾਜੇ। ਤਾਂ ਬੱਦੋਵਾਲ ਤੋਂ ਬਾਅਦ ਅਲੀਵਾਲ ਦੀ ਲੜਾਈ ਆਪਾਂ ਪੜ੍ਹ ਚੁੱਕੇ ਹਾਂ। ਤਾਂ ਅੱਗੇ ਚੱਲਦੇ ਹਾਂ ਜੀ ਅਲੀਵਾਲ ਤੋਂ ਬਾਅਦ ਜਿਹੜੀ ਲਾਸਟ ਲੜਾਈ ਹੁੰਦੀ ਹੈ ਸਰਭਾਉ ਦੀ ਲੜਾਈ ਹੁੰਦੀ ਹੈ। ਕਈ ਜਗ੍ਹਾ ਤੇ ਸਰਭਾਉ ਲਿਖਿਆ, ਕਈ ਜਗ੍ਹਾ ਤੇ ਸਰਭਾਉ ਲਿਖਿਆ। ਤਾਂ ਇਹਦੀ ਲੜਾਈ ਹੁੰਦੀ ਹੈ ਜੀ 10 ਫਰਵਰੀ 1846 ਨੂੰ ਹੁੰਦੀ ਹੈ। ਤਾਂ ਇਹਦੇ ਵਿੱਚ ਕੀ ਆ ਜੀ ਕਹਿੰਦਾ ਸਵੇਰ ਦੇ ਹਨੇਰੇ ਵੇਲੇ ਕਹਿੰਦਾ ਜਿਹੜੇ ਅੰਗਰੇਜ਼ ਫੌਜਾਂ ਨੇ ਕਹਿੰਦਾ ਚੁੱਪ ਕੇ ਅੱਗੇ ਵਧਣਾ ਸ਼ੁਰੂ ਕਰਤਾ। ਕਹਿਣ ਦਾ ਮਤਲਬ ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਸਿੱਧਾ ਨਹੀਂ ਲੜ ਸਕਦੇ, ਧੋਖੇ ਨਾਲ ਆਪਾਂ ਨੂੰ ਹਰਾਉਣਾ ਪਊਗਾ ਸਿੱਖਾਂ ਨੂੰ। ਤਾਂ ਇਹਨਾਂ ਨੇ ਕੀ ਕੀਤਾ ਜੀ ਯੁੱਧ ਦੇ ਕੁਝ ਰੂਲ ਹੁੰਦੇ ਸੀਗੇ ਬਟ ਇਹਨਾਂ ਨੇ ਰੂਲ ਫੋਲੋ ਨਹੀਂ ਕੀਤੇ। ਇਹਨਾਂ ਨੇ ਪਿੱਠ ਪਿੱਛੇ ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਕਹਿੰਦਾ ਜੀ ਇਹਨਾਂ ਨੇ ਚੁੱਪ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਤਾਂ ਜੋ ਕਹਿੰਦਾ ਖਾਲਸਾ ਫੌਜਾਂ ਦੇ ਉੱਪਰ ਅਚਾਨਕ ਹਮਲਾ ਕਰਕੇ ਉਹਨਾਂ ਨੂੰ ਬਿਨਾਂ ਲੜਾਈ ਦੇ ਮੈਦਾਨ ਦੇ ਵਿੱਚੋਂ ਖਦੇੜ ਦਿੱਤਾ ਜਾਵੇ। ਬਟ ਗੱਲ ਕੀ ਹੋਈ, ਗੱਲ ਕਹਿੰਦੇ ਜੀ ਜਦੋਂ ਸਵੇਰ ਦੀ ਥੋੜੀ ਜੀ ਰੋਸ਼ਨੀ ਹੋਈ ਤਾਂ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਅੰਗਰੇਜ਼ੀ ਫੌਜਾਂ ਕੀ ਕਰ ਰਹੀਆਂ ਨੇ, ਧੋਖੇ ਨਾਲ ਕੀ ਹਮਲਾ ਕਰ ਰਹੀਆਂ ਨੇ। ਤਾਂ ਉਹਨਾਂ ਨੇ ਉਸੇ ਸਮੇਂ ਨਗਾਰਾ ਵਜਾ ਕੇ, ਨਗਾਰਾ ਹੁੰਦਾ ਸੁਚੇਤ ਕਰਨ ਵਾਸਤੇ, ਤਾਂ ਨਗਾਰਾ ਵਜਾ ਕੇ ਆਪਣੀ ਫੌਜ ਨੂੰ ਤਿਆਰ ਕਰ ਲਿਆ। ਤੇ ਫਿਰ ਕੀ ਹੋਊਗਾ ਜੀ ਲੜਾਈ ਹੋਊਗੀ। ਤਾਂ ਕਹਿੰਦਾ ਜੀ ਅੰਗਰੇਜ਼ੀ ਤੋਪਖਾਨੇ ਨੇ ਕਹਿੰਦਾ ਪੂਰੇ 3 ਘੰਟੇ ਲਗਾਤਾਰ ਗੋਲਾਬਾਰੀ ਕੀਤੀ। ਕਹਿਣ ਦਾ ਮਤਲਬ ਕੀ ਹੈ ਕਿ ਇਹਨਾਂ ਨੇ ਆਪਣੇ ਤੋਪਾਂ ਦੇ ਨਾਲ ਕੀ ਕੀਤਾ ਪੂਰਾ ਫਾਇਰਿੰਗ ਕੀਤੀ ਸਿੱਖਾਂ ਦੇ ਉੱਪਰ। ਤਾਂ ਕਹਿੰਦਾ ਜੀ ਖਾਲਸਾ ਕੋਲੇ ਵੀ ਤੋਪਾਂ ਸੀਗੀਆਂ ਬਟ ਵਿਚਾਰਿਆਂ ਕੋਲੇ 9 ਤੋਂ 10 ਤੋਪਾਂ ਸੀਗੀਆਂ ਸਿਰਫ। ਤੇ ਉਹਨਾਂ ਨੇ ਵੀ ਜਵਾਬੀ ਗੋਲਾਬਾਰੀ ਸ਼ੁਰੂ ਕਰ ਦਿੱਤੀ। ਜਿਹੜੀ ਇਹਨਾਂ ਨੇ ਪਹਿਲਾਂ ਲੁੱਟੀਆਂ ਸੀ ਤੋਪਾਂ ਉਹ ਅੰਗਰੇਜ਼ਾਂ ਦੀ ਤੋਪਾਂ ਹੀ ਸੀਗੀਆਂ ਜਿਹੜੀ ਪਹਿਲਾਂ ਕੀ ਬੱਦੋਵਾਲ ਦੀ ਲੜਾਈ 'ਚ ਲੁੱਟੀਆਂ ਸੀਗੀਆਂ। ਤਾਂ ਇੱਥੇ ਇਹਨਾਂ ਨੇ ਵੀ ਜਵਾਬੀ ਹਮਲਾ ਕੀਤਾ। ਜਵਾਬੀ ਹਮਲਾ ਜਦੋਂ ਕੀਤਾ ਇਹਨਾਂ ਨੇ, ਠੀਕ ਹੈ ਜੀ, ਇਹਦੇ ਵਿੱਚ ਜਿਹੜੇ ਮਹਾਨ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ, ਠੀਕ ਹੈ ਜੀ। ਤਾਂ ਅਟਾਰੀਵਾਲਾ ਨੂੰ ਜਿਹੜੀ ਰਿਕੁਐਸਟ ਕੀਤੀ ਸੀ ਮਹਾਰਾਣੀ ਜਿੰਦਾ ਕੌਰ ਨੇ ਕੀਤੀ ਸੀ ਕਿ ਭਾਈ ਤੁਸੀਂ ਆ ਕੇ ਲੜੋ। ਦੇਖੋ ਇੱਕ ਬਜ਼ੁਰਗ ਬੰਦਾ ਸੀ ਇਹ ਉਸ ਟਾਈਮ ਦਾ ਬਟ ਬਹੁਤ ਤਕੜਾ ਜਰਨੈਲ ਸੀਗਾ। ਤਾਂ ਉਸ ਟਾਈਮ ਤੇ ਇਹ ਲੜੇ ਆ ਜਿਸ ਟਾਈਮ ਤੇ ਅੱਜ ਕੱਲ ਦੇ ਜਿਹੜੇ ਬਜ਼ੁਰਗ ਆ ਮੰਜੇ ਤੋਂ ਉੱਠ ਕੇ ਰੋਟੀ ਵੀ ਨਹੀਂ ਖਾ ਸਕਦੇ। ਤਾਂ ਉਸ ਟਾਈਮ ਤੇ ਬਾਪੂ ਜੀ ਲੜੇ ਨੇ ਮੈਦਾਨ ਦੇ ਵਿੱਚ ਤੇ ਬਹੁਤ ਜ਼ਿਆਦਾ ਇਹਨਾਂ ਨੇ ਅੰਗਰੇਜ਼ਾਂ ਦਾ ਨੁਕਸਾਨ ਕੀਤਾ। ਤਾਂ ਸ਼ਾਮ ਸਿੰਘ ਅਟਾਰੀਵਾਲਾ ਜੀ ਨੇ ਕਹਿੰਦਾ ਫੌਜਾਂ ਦੇ ਮੈਦਾਨ ਦੇ ਵਿੱਚ ਫੌਜਾਂ ਨੂੰ ਹਰ ਮੁਹਾਜ਼ ਤੇ ਹੱਲਾਸ਼ੇਰੀ ਦਿੱਤੀ, ਸਿੱਖਾਂ ਨੂੰ ਹੱਲਾਸ਼ੇਰੀ ਦਿੰਦੇ ਨਜ਼ਰ ਆਏ। ਤੇ ਲੜਾਈ ਦੇ ਵਿੱਚ ਅੰਗਰੇਜ਼ਾਂ ਦਾ ਕੀ ਕੀਤਾ ਜ਼ਬਰਦਸਤ ਜਾਨੀ ਨੁਕਸਾਨ ਕੀਤਾ। ਕਿਹਨਾਂ ਨੇ? ਸ਼ਾਮ ਸਿੰਘ ਅਟਾਰੀਵਾਲਾ ਨੇ। ਤਾਂ ਹੁਣ ਕੀ ਕਰਨਗੇ ਅੰਗਰੇਜ਼ਾਂ ਨੇ ਕੀ ਕੀਤਾ ਜੀ ਇਹਨਾਂ ਨੇ ਦੇਖਿਆ ਵੀ ਜਿਹੜਾ ਆ ਸਰਦਾਰ ਹੈਗਾ ਇਹਦੇ ਕਰਕੇ ਸਾਨੂੰ ਕੀ ਆ ਬਹੁਤ ਮਾਰ ਪੈ ਰਹੀ। ਇਹਨਾਂ ਨੇ ਕੀ ਕੀਤਾ ਇਹਨਾਂ ਨੂੰ ਘੇਰ ਕੇ ਚਾਰੋਂ ਤਰਫੋਂ ਤੋਂ ਉਹਨਾਂ ਦਾ ਸਰੀਰ ਕੀ ਕਰਤਾ ਛਲਣੀ ਕਰਤਾ ਗੋਲੀਆਂ ਮਾਰ ਕੇ। ਤਾਂ ਕਹਿਣ ਦਾ ਮਤਲਬ ਅੰਗਰੇਜ਼ਾਂ ਨੇ ਕੀ ਕਰਤਾ ਮੇਨ ਜਰਨੈਲ ਖਤਮ ਕਰਤਾ। ਤਾਂ ਫੌਜ ਦੇ ਕੀ ਹੋ ਗਏ ਹੌਸਲੇ ਟੁੱਟ ਗਏ। ਹੌਸਲੇ ਟੁੱਟਣ ਦਾ ਕਾਰਨ ਹੋਰ ਵੀ ਸੀਗਾ। ਤਾਂ ਸ਼ਾਮ ਸਿੰਘ ਅਟਾਰੀਵਾਲਾ ਜੀ ਕਹਿੰਦੇ ਜੀ ਜੰਗ ਦੇ ਵਿੱਚ ਜੂਝਦੇ ਕੀ ਕਰਕੇ ਸ਼ਹੀਦੀ ਦਾ ਜਾਮ ਪੀ ਗਏ। ਤੇ ਨਾਲ ਚੱਕਰ ਇਹ ਸੀਗਾ ਵੀ ਜਿਹੜਾ ਸਰਭਾਉ ਦੀ ਲੜਾਈ ਦੇ ਵਿੱਚ ਕੀ ਸੀਗਾ ਜਿਹੜਾ ਕਹਿੰਦਾ ਜੀ ਜਿਹੜੀ ਜਦੋਂ ਇਹਨਾਂ ਦਾ ਜਰਨੈਲ ਮਰ ਗਿਆ ਜਰਨੈਲ ਆਪਣੇ ਸ਼ਾਮ ਸਿੰਘ ਅਟਾਰੀਵਾਲਾ ਜੀ ਸ਼ਹੀਦ ਹੋ ਗਏ। ਤਾਂ ਜਿਹੜਾ ਲਾਲ ਸਿੰਘ ਰਾਜੇ ਲਾਲ ਸਿੰਘ ਹਰਾਮੀ ਸੀਗਾ ਪਰ ਲਾਲ ਸਿੰਘ ਤੇ ਤੇਜ ਸਿੰਘ ਜਿਹੜੇ ਸੀਗੇ ਇਹ ਸੀਗੇ ਬੰਦੇ ਕਿਹਦੇ ਸੀਗੇ ਅੰਗਰੇਜ਼ਾਂ ਦੇ ਸੀਗੇ। ਬਟ ਜਿਹੜੀ ਫੌਜ ਸੀਗੀ ਫਿਰ ਵੀ ਇੰਨੀ ਤਾਕਤ ਨਾਲ ਲੜ ਰਹੀ ਸੀਗੀ ਤਾਂ ਅੰਗਰੇਜ਼ਾਂ ਦੀ ਜਿਹੜੀ ਹਾਲਤ ਸੀਗੀ ਉਹ ਪਤਲੀ ਹੁੰਦੀ ਦਿਖ ਰਹੀ ਸੀਗੀ। ਮਤਲਬ ਕਹਿਣ ਦਾ ਮਤਲਬ ਕਿ ਇਹ ਲੱਗ ਰਿਹਾ ਸੀ ਅੰਗਰੇਜ਼ ਹੁਣ ਫਿਰ ਹਾਰ ਸਕਦੇ ਆ। ਤਾਂ ਅੰਗਰੇਜ਼ਾਂ ਦੀ ਹਾਲਤ ਪਤਲੀ ਦੇਖ ਕੇ ਲਾਲ ਸਿੰਘ ਤੇ ਤੇਜ ਸਿੰਘ ਨੇ ਆਪਣੀ ਜਾਨ ਬਚਾਉਣਾ ਸਮਝਿਆ ਤਾਂ ਇਹ ਉੱਥੋਂ ਮੈਦਾਨ ਛੱਡ ਕੇ ਭੱਜ ਗਏ ਤੇ ਸਤਲੁਜ ਦਾ ਦਰਿਆ ਪਾਰ ਕਰ ਗਏ। ਪਰ ਜਾਂਦੇ ਇਹਨਾਂ ਨੇ ਕੀ ਕੀਤਾ ਰਾਜੇ ਪੁਲ ਨੂੰ ਤੋਪਾਂ ਦੇ ਨਾਲ ਉਡਾਤਾ। ਕਹਿਣ ਦਾ ਮਤਲਬ ਆਪ ਤਾਂ ਪਾਰ ਕਰ ਗਏ ਲੇਕਿਨ ਪੁਲ ਨੂੰ ਕੀ ਕਰਕੇ ਉਡਾ ਗਏ। ਜਦੋਂ ਪੁਲ ਨੂੰ ਉਡਾ ਗਏ ਰਾਜੇ ਤਾਂ ਉਹਦੇ ਨਾਲ ਬਹੁਤ ਨੁਕਸਾਨ ਹੋਇਆ। ਦੂਜੇ ਪਾਸੇ ਜਿਹੜਾ ਗੁਲਾਬ ਸਿੰਘ ਸੀਗਾ ਰਾਜੇ ਇਹਨੇ ਕੀ ਕੀਤਾ ਨਾ ਤਾਂ ਕੋਈ ਗੋਲਾ ਬਰੂਦ ਭੇਜਿਆ ਸਿੱਖਾਂ ਨੂੰ ਤੇ ਨਾ ਖਾਣ ਪੀਣ ਦਾ ਸਮਾਨ ਭੇਜਿਆ। ਤਾਂ ਸਾਰਾ ਕੁਝ ਬੰਦ ਕਰਤਾ ਕਿਉਂਕਿ ਇਹ ਵੀ ਲੜਿਆ ਹੋਇਆ ਸੀ ਉਹਨਾਂ ਦੇ ਨਾਲ। ਤਾਂ ਕਹਿਣ ਦਾ ਮਤਲਬ ਵਿਚਾਰੇ ਭੁੱਖੇ ਪਾਣੀ ਜਿਹੜੇ ਸਿੱਖ ਫੌਜੀ ਸੀਗੇ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ ਕਿਉਂਕਿ ਭੁੱਖੇ ਪਾਣੀ ਨਹੀਂ ਲੜਿਆ ਜਾਂਦਾ, ਨਾ ਕੋਈ ਗੋਲਾ ਬਰੂਦ ਸੀਗਾ, ਸਿਰਫ ਤਲਵਾਰਾਂ ਸੀਗੀਆਂ ਇਹਨਾਂ ਦੇ ਹੱਥਾਂ ਦੇ ਵਿੱਚ, ਖੰਡੇ ਸੀਗੇ। ਤਾਂ ਇਸ ਕਰਕੇ ਕੀ ਹੋ ਗਿਆ ਜੀ
ਦਰਿਆ ਤੋਂ ਪਿੱਛੇ ਹਟਣ ਲੱਗ ਗਈ ਫੌਜ, ਤਾਂ ਦਰਿਆ ਨੂੰ ਪਾਰ ਕਰਕੇ ਦੂਜੇ ਕੰਢੇ ਤੇ ਪਹੁੰਚਣਾ ਵੀ ਮਤਲਬ ਕਿ ਮੁਮਕਿਨ ਨਹੀਂ ਸੀਗਾ, ਕਿਉਂਕਿ ਉਹਨਾਂ ਨੇ ਪੁਲ ਤੋੜਤਾ ਸੀਗਾ। ਜਿਹੜੇ ਬੰਦੇ ਤੈਰ ਕੇ ਪਹੁੰਚਣ ਦੀ ਕੋਸ਼ਿਸ਼ ਕਰਦੇ ਸੀਗੇ, ਉਹਨਾਂ ਨੂੰ ਤੋਪਾਂ ਦੇ ਨਾਲ ਕੀ ਕਰਦੇ ਸੀ, ਇਹ ਉਡਾ ਦਿੰਦੇ ਸੀ, ਜ਼ਖਮੀ ਕਰ ਦਿੰਦੇ ਸੀਗੇ। ਤਾਂ ਕਹਿਣ ਦਾ ਮਤਲਬ ਕਿ ਜਿਹੜੇ ਗਰਦਾਰ ਜਰਨੈਲ ਸੀਗੇ ਲਾਲ ਸਿੰਘ ਤੇ ਤੇਜਾ ਸਿੰਘ, ਉਹਨਾਂ ਦੇ ਕਾਰਨ ਕਰਕੇ ਕੀ ਆ, ਪੁਲ ਪਹਿਲਾਂ ਟੁੱਟ ਗਿਆ ਤੇ ਇਹ ਦਰਿਆ ਨੂੰ ਪਾਰ ਨਾ ਕਰ ਸਕੀ ਸਿੱਖ ਫੌਜ। ਤਾਂ ਸਿੱਖ ਫੌਜ ਨੇ ਦਰਿਆ ਨਹੀਂ ਪਾਰ ਕੀਤਾ। ਤਾਂ ਕਹਿਣ ਦਾ ਮਤਲਬ ਫਿਰ ਕੀ ਹੋਗਾ ਜੀ, ਕਹਿੰਦਾ ਜੀ ਸਰਬਾਉਂ ਦੀ ਲੜਾਈ ਇਤਨੀ ਭਿਆਨਕ ਹੋਈ ਕਿ ਕਹਿੰਦਾ ਜੀ ਬਹੁਤ ਸਾਰਾ ਤਬਾਹੀ ਹੋਈ ਤੇ ਬਹੁਤ ਜਿਹੜਾ ਗਵਰਨਰ ਜਨਰਲ ਲਾਰਡ ਹਾਰਡਿੰਗ ਆ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਸਿੱਖਾਂ ਨੇ ਉਹਦਾ ਵੀ ਕੀ ਕੀਤਾ, ਬਹੁਤ ਜ਼ਿਆਦਾ ਨੁਕਸਾਨ ਕੀਤਾ। ਤਾਂ ਇਸ ਕਾਰਨ ਕਹਿੰਦਾ ਜੀ ਉਹ ਜਿਹੜਾ ਲਾਰਡ ਹਾਰਡਿੰਗ ਆ ਉਹ ਤੁਰਨ ਫਿਰਨ ਤੋਂ ਨਕਾਰਾ ਹੋ ਗਿਆ, ਮਤਲਬ ਉਹਦਾ ਬਹੁਤ ਨੁਕਸਾਨ ਹੋਇਆ। ਤਾਂ ਉਹਦਾ ਇੱਕ ਹੱਥ ਤਾਂ ਪਹਿਲਾਂ ਹੀ ਵੱਢਿਆ ਹੋਇਆ ਸੀ, ਕਹਿੰਦੇ ਟੁੱਟਿਆ ਹੋਇਆ ਸੀਗਾ, ਜਿਹਦੇ ਕਰਕੇ ਉਹਨੂੰ ਟੁੰਡੀ ਲਾਟ ਵੀ ਆਖਦੇ ਆ। ਜੰਗਨਾਮੇ ਦੇ ਵਿੱਚ ਜ਼ਿਕਰ ਆਉਂਦਾ ਟੁੰਡੀ ਲਾਟ। ਟੁੰਡੀ ਲਾਟ ਹੁੰਦਾ ਪਿੰਡਾਂ ਦੇ ਵਿੱਚ ਆਮ ਕਹਾਵਤ ਹੈ, ਟੁੰਡੀ ਲਾਟ ਉਹਨੂੰ ਕਹਿ ਦਿੰਦੇ ਜਿਹਦਾ ਕੋਈ ਇੱਕ ਅੰਗ ਨਕਾਰਾ ਹੋਵੇ, ਜਿਹਦੀ ਬਾਹ ਵਗੈਰਾ ਖਰਾਬ ਹੋਵੇ, ਠੀਕ ਹੈ ਜੀ। ਤਾਂ ਟੁੰਡੀ ਲਾਟ ਕਹਿੰਦੇ ਸੀਗੇ। ਤਾਂ ਟੁੰਡੀ ਲਾਟ ਕਿਹਨੂੰ ਕਹਿੰਦੇ ਆ, ਇਹ ਵੀ ਯਾਦ ਰੱਖ ਲਿਓ, ਲਾਰਡ ਹਾਰਡਿੰਗ ਨੂੰ ਕਹਿੰਦੇ ਸੀਗੇ ਹਿੰਦੁਸਤਾਨ ਦੇ ਲੋਕ, ਯਾਨੀ ਕਿ ਪੰਜਾਬ ਦੇ ਲੋਕ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਇਹ ਜਿੱਤ ਕਿਹਦੀ ਹੋਈ, ਫਿਰ ਅੰਗਰੇਜ਼ਾਂ ਦੀ ਹੋਈ, ਕਿਉਂਕਿ ਧੋਖਾ ਬਹੁਤ ਹੋਇਆ ਸੈਨਾ ਦੇ ਨਾਲ, ਸਿੱਖ ਸੈਨਾ ਦੇ ਨਾਲ। ਤਾਂ ਅੰਗਰੇਜ਼ਾਂ ਦੀ ਜਿੱਤ ਹੋ ਗਈ ਹੈ। ਤਾਂ ਫਿਰ ਅੰਗਰੇਜ਼ਾਂ ਨੇ ਕੀ ਕੀਤਾ ਜੀ, ਸਤਲੁਜ ਦਰਿਆ ਨੂੰ ਪਾਰ ਕਰਕੇ ਲਾਹੌਰ ਵੱਲੋਂ ਕੂਚ ਕਰ ਲਿਆ, ਕਿਉਂਕਿ ਹੁਣ ਲਾਹੌਰ ਤੇ ਕਬਜ਼ਾ ਕਰਨਗੇ ਰਾਜਧਾਨੀ ਤੇ। ਤਾਂ ਕਹਿੰਦੇ ਜਦੋਂ ਉਹ ਲਾਹੌਰ ਵੱਲ ਕਬਜ਼ਾ ਕਰਨ ਜਾ ਰਹੇ ਸੀ ਤੇ ਸਿੱਖਾਂ ਦੇ ਵਿੱਚੋਂ ਕੋਈ ਵੀ ਕਿਸੇ ਨੇ ਵਿਰੋਧ ਨਹੀਂ ਕੀਤਾ, ਕਿਉਂਕਿ ਸਿੱਖਾਂ ਕੋਲੇ ਕੋਈ ਜਰਨੈਲ ਬਚਿਆ ਨਹੀਂ ਸੀ ਜਿਹੜਾ ਅਗਵਾਈ ਕਰ ਸਕੇ। ਤਾਂ ਅੰਤ ਨੂੰ 20 ਫਰਵਰੀ 1846 ਨੂੰ ਲਾਹੌਰ ਪਹੁੰਚ ਗਈ। ਕਿਹੜੀ ਲਾਹੌਰ ਪਹੁੰਚ ਗਈ ਜਿਹੜੀ ਅੰਗਰੇਜ਼ਾਂ ਦੀ ਜਿਹੜੀ ਫੌਜ ਸੀਗੀ, ਉਹਨਾਂ ਨੇ ਲਾਹੌਰ ਤੇ ਕੀ ਕਰ ਲਿਆ, ਕਬਜ਼ਾ ਕਰ ਲਿਆ। ਤਾਂ ਲਾਹੌਰ ਤੇ ਕਬਜ਼ਾ ਕਦੋਂ ਕੀਤਾ ਜੀ, 20 ਫਰਵਰੀ 1846 ਨੂੰ। ਜੰਗਨਾਮੇ ਦੇ ਵਿੱਚ ਲਿਖਦਾ ਜੀ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਠੀਕ ਹੈ ਜੀ। ਅੱਜ ਹੋਵੇ ਸਰਕਾਰ ਤਾਂ ਮੁੱਲ ਪਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ। ਸਰਕਾਰ ਕੌਣ ਇੱਥੇ, ਮਹਾਰਾਜਾ ਰਣਜੀਤ ਸਿੰਘ। ਤਾਂ ਕਹਿੰਦੇ ਜੀ ਇੰਨਾ ਭਾਰੀ ਅੱਜ ਲੜਾਈ ਹੋਈ ਆ, ਜੇ ਕਿਤੇ ਅੱਜ ਸਰਕਾਰ ਹੁੰਦੀ ਤਾਂ ਉਹਨਾਂ ਨੇ ਮੁੱਲ ਪਾਉਣਾ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਬਹਾਦਰ ਸੂਰਮਿਆਂ ਦਾ ਮੁੱਲ ਪਾਉਂਦੇ ਸੀ। ਉਹਨਾਂ ਨੂੰ ਪਤਾ ਸੀ ਕਿ ਸੂਰਮਿਆਂ ਦਾ ਮੁੱਲ ਕੀ ਹੈ। ਤਾਂ ਕਹਿੰਦੇ ਜੇ ਅੱਜ ਸਰਕਾਰ ਹੁੰਦੀ ਤਾਂ ਮੁੱਲ ਪਾਉਂਦੇ। ਖਾਲਸੇ ਨੇ ਜਿੰਨੀਆਂ ਤੇਗਾਂ ਮਾਰੀਆਂ, ਮੱਲਾਂ ਮਾਰੀਆਂ, ਵੀ ਇੰਨਾ ਨੁਕਸਾਨ ਕੀਤਾ ਉਹਨਾਂ ਦਾ, ਠੀਕ ਹੈ ਜੀ। ਕਹਿੰਦਾ ਘੋੜੇ ਆਦਮੀ ਗੋਲੀਆਂ ਨਾਲ ਉੱਡਣ, ਘੋੜੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਢਹਿਣੇ ਸਣੇ ਅੰਬਾਰੀਆਂ ਨੀ, ਮਤਲਬ ਹਾਥੀ ਵੀ ਉੱਡ ਰਹੇ ਨੇ ਉੱਥੇ। ਕਹਿੰਦਾ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਕਹਿਣ ਦਾ ਮਤਲਬ ਅਸਲੀ ਵਿੱਚ ਜਿੱਤੇ ਸੀਗੇ, ਬਸ ਸਿਰਫ ਧੋਖਾ ਹੋਇਆ। ਜੇ ਧੋਖਾ ਨਾ ਹੁੰਦਾ ਤਾਂ ਅੱਜ ਸਰਕਮਟੈਂਸ ਕੁਝ ਹੋਰ ਹੋਣੇ ਸੀਗੇ, ਬਹੁਤ ਕੁਝ ਹੋਰ ਹੋਣਾ ਸੀ, ਜਿਹੜਾ ਕੋਹਿਨੂਰ ਆਪਣੇ ਕੋਲੇ ਹੋਣਾ ਸੀਗਾ। ਚਲੋ ਜੋ ਪਰਮਾਤਮਾ ਦੀ ਵਿਧੀ ਵਿਧਾਨ ਹੈ। ਤਾਂ ਕਹਿਣ ਦਾ ਮਤਲਬ ਆਪਣਾ ਜਿੱਥੇ ਜਿਹੜੀ ਕਮੀ ਖੜਕੀ ਆ ਉਹ ਰਣਜੀਤ ਸਿੰਘ ਜੀ ਦੀ ਖੜਕੀ ਹੈ। ਉਹਨਾਂ ਬਿਨਾ ਬਹੁਤ ਨੁਕਸਾਨ ਹੋਇਆ, ਕਿਉਂਕਿ ਅਗਵਾਈ ਤੋਂ ਬਿਨਾ ਫੌਜ ਵੀ ਇਕੱਲੀ ਕੁਝ ਨਹੀਂ ਕਰ ਸਕਦੀ, ਚਾਹੇ ਆਪਾਂ ਜਿੰਨੇ ਮਰਜ਼ੀ ਬਹਾਦਰ ਹੋਈਏ। ਤਾਂ ਹੁਣ ਇਸ ਯੁੱਧ ਦੇ ਨਤੀਜੇ ਕੀ ਨਿਕਲਦੇ ਰਾਜੇ, ਇਸ ਯੁੱਧ ਦੇ ਨਤੀਜੇ ਇਹ ਨਿਕਲਦੇ ਆ, ਲਾਹੌਰ ਦੀ ਪਹਿਲੀ ਸੰਧੀ ਹੋਈ ਹੈ ਰਾਜੇ। ਇਹ ਪੁੱਛਿਆ ਜਾਂਦਾ ਹੁੰਦਾ ਐਗਜ਼ਾਮ ਦੇ ਵਿੱਚ ਬਹੁਤ ਵਾਰੀ, ਠੀਕ ਹੈ ਜੀ। ਲਾਹੌਰ ਦੀ ਪਹਿਲੀ ਸੰਧੀ ਹੋ ਗਈ ਹੈ, ਕਿਹਦੇ ਵਿਚਕਾਰ ਹੋਈ ਹੈ ਰਾਜੇ, ਇਹ ਹੋਈ ਹੈ ਜੀ ਆਪਣਾ ਜਿਹੜਾ ਪਹਿਲਾ ਸਿੱਖ ਐਂਗਲੋ ਵਾਰ ਖਤਮ ਹੋਈਆਂ, ਉਸ ਪਿੱਛੋਂ ਜਿਹੜਾ ਗਵਰਨਰ ਜਨਰਲ ਸੀਗਾ ਲਾਰਡ ਹਾਰਡਿੰਗ ਤੇ ਮਹਾਰਾਜਾ ਦਲੀਪ ਸਿੰਘ ਦੇ ਵਿਚਕਾਰ ਹੋਈ ਹੈ ਰਾਜੇ। ਯਾਦ ਰੱਖਣਾ, ਲਾਰਡ ਹਾਰਡਿੰਗ ਤੇ ਮਹਾਰਾਜਾ ਦਲੀਪ ਸਿੰਘ ਦੇ ਵਿਚਕਾਰ ਇਹ ਪਹਿਲੀ ਲਾਹੌਰ ਦੀ ਸੰਧੀ ਹੋਈ ਹੈ ਰਾਜੇ। ਇਹਦੇ ਵਿੱਚ ਜਿਹੜਾ ਗਵਰਨਰ ਜਨਰਲ ਹੈਗਾ, ਕਹਿੰਦਾ ਜੀ ਉਹਦੇ ਵੱਲੋਂ ਕਹਿੰਦਾ ਅੰਗਰੇਜ਼ ਰਾਜਨੀਤਿਕ ਅਧਿਕਾਰੀਆਂ ਨੇ ਲਾਹੌਰ ਦਰਬਾਰ ਦੇ ਪ੍ਰਮੁੱਖ ਸਰਦਾਰ ਕੌਣ, ਜਿਹੜੇ ਧੋਖੇਬਾਜ਼, ਜਿਹੜੇ ਆਮ ਤੌਰ ਤੇ ਪਹਿਲਾਂ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀਗੇ, ਨਾਲ ਗੱਲਬਾਤ ਕੀਤੀ, ਜਿਸ ਦੇ ਸੱਟੇ ਵਜੋਂ ਕਹਿੰਦਾ 9 ਮਾਰਚ 1846 ਨੂੰ, ਯਾਦ ਰੱਖ ਲਿਓ 9 ਮਾਰਚ 1846 ਨੂੰ ਦੋਨਾਂ ਪਾਸੇ ਕੀ ਹੋ ਗਈ, ਲਾਹੌਰ ਦੀ ਸੰਧੀ ਹੋ ਗਈ। ਤਾਂ ਲਾਹੌਰ ਦੀ ਸੰਧੀ ਹੋ ਗਈ, ਠੀਕ ਹੈ ਜੀ। ਤਾਂ ਇਹ ਸੰਧੀ ਉੱਤੇ ਕਹਿੰਦਾ ਬ੍ਰਿਟਿਸ਼ ਸਰਕਾਰ ਵੱਲੋਂ ਫੈਡਰਿਕ ਕਰੀ ਤੇ ਹੈਨਰੀ ਲਾਰੈਂਸ ਨੇ ਦਸਤਖਤ ਕੀਤੇ। ਤਾਂ ਚਲੋ ਇਹ ਨਾਮ ਨਹੀਂ ਪੁੱਛੇ ਜਾਂਦੇ, ਲੇਕਿਨ ਤੁਹਾਡੀ ਡਿਟੇਲ ਵਾਸਤੇ ਮੈਂ ਦੱਸਦੇ ਆ। ਫੈਡਰਿਕ ਕਰੀ ਤੇ ਹੈਨਰੀ ਲਾਰੈਂਸ ਨੇ ਕੀ ਕੀਤੇ, ਸਾਈਨ ਕੀਤੇ ਆ। ਇਹ ਸੰਧੀ ਹੋ ਗਈ ਆ ਜੀ ਮਹਾਰਾਜਾ ਦਲੀਪ ਸਿੰਘ ਦੇ ਵਿਚਕਾਰ ਤੇ ਅੰਗਰੇਜ਼ਾਂ ਦੇ ਵਿਚਕਾਰ। ਤੇ ਲਾਹੌਰ ਦੀ ਦੂਜੀ ਸੰਧੀ ਵੀ ਹੁੰਦੀ ਹੈ ਰਾਜੇ। ਇਹਦਾ ਜ਼ਿਕਰ ਬਹੁਤ ਘੱਟ ਆਉਂਦਾ, ਤੁਹਾਡੀ ਬੁੱਕਸ ਦੇ ਵਿੱਚ ਬਹੁਤ ਘੱਟ ਲਿਖਿਆ ਗਿਆ ਤੇ ਨਾ ਜ਼ਿਆਦਾ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ, ਲੇਕਿਨ ਤੁਹਾਨੂੰ ਮੈਂ ਦੱਸ ਦਿੰਦਾ ਲਾਹੌਰ ਦੀ ਦੂਜੀ ਸੰਧੀ ਵੀ ਹੁੰਦੀ ਹੈ। ਤਾਂ ਕਹਿੰਦਾ ਜੀ ਲਾਲ ਸਿੰਘ ਤੇ ਜਿਹੜੇ ਹੋਰ ਵਿਸ਼ਵਾਸਘਾਤੀ ਸਰਦਾਰ ਸੀਗੇ, ਉਹਨਾਂ ਨੇ ਬੇਨਤੀ ਕੀਤੀ ਵੀ ਜਿਹੜੇ ਸੈਨਿਕ ਹੈਗੇ ਆ ਲਾਹੌਰ ਦੇ ਵਿੱਚ ਫੇਰ ਰੁਕ ਜਾਣ, ਕਿਉਂਕਿ ਇਹਨਾਂ ਨੂੰ ਖਤਰਾ ਸੀਗਾ ਕਿ ਜਿਹੜੀ ਫੌਜ ਆ ਉਹ ਜਾਣਦੀ ਆ ਵੀ ਇਹ ਗਦਾਰ ਨੇ ਤੇ ਇਹਨਾਂ ਨੂੰ ਆਪਣੀ ਜਾਨ ਦਾ ਖਤਰਾ ਸੀ। ਇਹਨਾਂ ਨੇ ਕੀ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀਗੇ। ਇਹਨਾਂ ਨੇ ਅੰਗਰੇਜ਼ਾਂ ਨੂੰ ਰਿਕੁਐਸਟ ਕੀਤੀ ਕਿ ਕੁਝ ਮਹੀਨੇ ਫੌਜ ਹੋਰ ਲਾਹੌਰ ਦੇ ਵਿੱਚ ਰੱਖੋ, ਤਾਂ ਜੋ ਉਹਨਾਂ ਦਾ ਜੀਵਨ ਸਿੱਖ ਸੈਨਿਕਾਂ ਤੋਂ ਸੁਰੱਖਿਅਤ ਰਹਿ ਸਕੇ। ਤੇ ਦੋਵਾਂ ਦੇ ਵਿਚਕਾਰ ਕਹਿੰਦੇ ਜੀ 11 ਮਾਰਚ 1846 ਨੂੰ ਇੱਕ ਹੋਰ ਸੰਧੀ ਹੋ ਗਈ। ਇਹ ਸੰਧੀ ਇਹ ਹੋਈ ਵੀ ਇੱਥੇ ਜਿਹੜੀ ਲਾਹੌਰ ਜਿਹੜੀ ਫੌਜ ਆ ਹੋਰ ਕੁਝ ਦੇਰ ਰੁਕੂਗੀ, ਤਾਂ ਇਹਨੂੰ ਲਾਹੌਰ ਦੀ ਦੂਜੀ ਸੰਧੀ ਦੇ ਵਜੋਂ ਜਾਣਿਆ ਜਾਂਦਾ ਹੈ। ਲੇਕਿਨ ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈ, ਬਟ ਜੇ ਆਪਾਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਇਹਦਾ ਜ਼ਿਕਰ ਬਹੁਤ ਘੱਟ ਆਉਂਦਾ ਹੈ। ਤਾਂ ਤੁਹਾਨੂੰ ਮੈਂ ਦੱਸਦਾ, ਹੋ ਸਕਦਾ ਵੀ ਅਗਲੇ ਪੇਪਰਾਂ ਦੇ ਵਿੱਚ ਪੁੱਛਿਆ ਜਾ ਸਕੇ। ਜਿਹੜੀ ਅਗਲੀ ਸੰਧੀ ਹੈ ਰਾਜੇ, ਉਹ ਪੁੱਛੀ ਜਾਂਦੀ ਹੁੰਦੀ ਹੈ ਪੇਪਰਾਂ ਦੇ ਵਿੱਚ, ਭੈਰੋਵਾਲ ਦੀ ਸੰਧੀ, ਕਿਉਂਕਿ ਇਹ ਕਾਫੀ ਇੰਪੋਰਟੈਂਟ ਹੈ। ਭੈਰੋਵਾਲ ਦੀ ਜਿਹੜੀ ਸੰਧੀ ਹੋਈ ਹੈ ਰਾਜੇ, ਉਹ 18 ਦਸੰਬਰ 1846 ਨੂੰ ਹੋਈ ਹੈ ਰਾਜੇ। ਇੱਕ ਸਹਾਇਕ ਸੰਧੀ ਸੀਗੀ ਜਿਹਨੂੰ ਭੈਰੋਵਾਲ ਦੀ ਸੰਧੀ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਇਹਦੇ ਵਿੱਚ ਕੀ ਸੀਗਾ, ਕਹਿੰਦਾ ਜੀ
ਇਹਦੇ ਵਿੱਚ 8 ਸਿੱਖਾਂ ਦਾ ਇੱਕ ਪ੍ਰਤੀਨਿਧ ਮੰਡਲ ਬਣਾਇਆ ਗਿਆ, ਇੱਕ ਕਮੇਟੀ ਬਣਾਈ ਗਈ ਤੇ ਬਰਤਾਨਵੀ ਫੌਜਾਂ ਉਦੋਂ ਤੱਕ ਉੱਥੇ ਰਹਿਣਗੀਆਂ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ ਬਾਲਗ ਨਹੀਂ ਹੋ ਜਾਂਦਾ। ਤਾਂ ਕਹਿਣ ਦਾ ਮਤਲਬ ਅੰਗਰੇਜ਼ਾਂ ਨੇ ਇੱਕ ਚਾਲ ਚੱਲੀ, ਕਹਿਣ ਦਾ ਮਤਲਬ ਕਿ ਅਸੀਂ ਸਿਰਫ ਤੁਹਾਡੀ ਹੈਲਪ ਵਾਸਤੇ ਆ, ਤੁਹਾਡੇ ਨਾਲ ਰਵਾਂਗੇ ਜਦੋਂ ਤੱਕ ਤੁਹਾਡਾ ਮਹਾਰਾਜਾ ਕੀ ਆ ਸੋਚ ਸਮਝਣ ਤੱਕ ਇੰਨਾ ਕੁ ਸੋਚ ਸਮਝ ਦਾ ਮਾਲਕ ਨਹੀਂ ਹੋ ਜਾਂਦਾ ਜਦੋਂ ਤੱਕ ਉਹ ਰਾਜ ਭਾਗ ਨਹੀਂ ਸੰਭਾਲ ਲੈਂਦਾ। ਜਦ ਕਿ ਉਹਨਾਂ ਦੇ ਅਸਲੀ ਜਿਹੜੇ ਮਨਸੂਬੇ ਸੀਗੇ ਉਹ ਤਾਂ ਸਿਰਫ ਕਬਜ਼ਾ ਕਰਨ ਦੇ ਸੀਗੇ, ਜਸਟ ਦਿਖਾਵਾ ਕਰ ਰਹੇ ਸੀਗੇ ਤਾਂ ਜੋ ਫੌਜ ਦੇ ਵਿੱਚ ਕੀ ਆ ਕੋਈ ਬਗਾਵਤ ਨਾ ਹੋ ਜਾਵੇ। ਤਾਂ ਕਹਿਣ ਦਾ ਮਤਲਬ ਇਹ ਸੀਗੀ ਜੀ ਭੈਰੋਵਾਲ ਦੀ ਸੰਧੀ। ਤਾਂ ਕਹਿੰਦਾ ਜੀ ਸਰ ਹੈਨਰੀ ਲਾਰੈਂਸ ਨੇ ਕਹਿੰਦਾ ਉੱਥੋਂ ਦਾ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ। ਤਾਂ ਹੈਨਰੀ ਲਾਰੈਂਸ ਜਿਹੜਾ ਹੈਗਾ ਸੀ ਉੱਥੋਂ ਦਾ ਰੈਜ਼ੀਡੈਂਟ ਬਣਿਆ ਤੇ ਇਸ ਤਰ੍ਹਾਂ ਭੈਰੋਵਾਲ ਦੀ ਸੰਧੀ ਹੋਈ ਹੈ। ਤਾਂ ਇਹ ਸੀਗਾ ਜੀ ਐਂਗਲੋ ਸਿੱਖ ਯੁੱਧ ਜਿਹੜੇ ਪਹਿਲੇ ਲੜੇ ਗਏ ਆ, ਉਹਦਾ ਸਿੱਟਾ ਦੱਸਦਾ ਮੈਂ, ਕਿਹੜੀ ਕਿਹੜੀ ਸੰਧੀ ਹੋਈ ਹੈ, ਕਿਹੜੇ ਕਿਹੜੇ ਯੁੱਧ ਹੋਏ ਆ, ਤੇ ਸਿਰਫ ਜਿਹੜਾ ਯੁੱਧ ਜਿੱਤਿਆ ਰਾਜੇ ਉਹ ਹੈ ਬੱਦੋਵਾਲ ਦਾ, ਉਹਨੂੰ ਯਾਦ ਰੱਖ ਲਿਓ। ਤੇ ਚੱਲਦੇ ਚੱਲਦੇ ਦਾ ਮਤਲਬ ਹੈਗਾ ਕਿ ਆਪਾਂ ਇੱਥੇ ਟੂ ਵੀ ਕੰਟੀਨਿਊ ਕਰਾਂਗੇ, ਦੂਜਾ ਐਂਗਲੋ ਸਿੱਖ ਯੁੱਧ। ਤਾਂ ਪਲੀਜ਼ ਤੁਸੀਂ ਕਰਨਾ ਕੁਛ ਨਹੀਂ ਹੈ, ਜੇ ਤੁਹਾਨੂੰ ਵਧੀਆ ਲੱਗਿਆ ਵੀ ਮੇਰੇ ਪੜਾਉਣ ਦਾ ਢੰਗ ਵਧੀਆ ਲੱਗ ਰਿਹਾ ਤਾਂ ਪਲੀਜ਼ ਕਲਾਸ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਕਿਉਂਕਿ ਤੁਹਾਨੂੰ ਇੱਥੇ ਮਿਲਦਾ ਰਹਿੰਦਾ ਨਵਾਂ ਕੰਟੈਂਟ ਫ੍ਰੀ ਆਫ ਕਾਸਟ, ਬਿਲਕੁਲ ਫ੍ਰੀ ਆਫ ਕਾਸਟ। ਇਹਦੀ ਪੀਡੀਐਫ ਰਾਜੇ ਤੁਹਾਨੂੰ ਹਜੇ ਨਹੀਂ ਮਿਲੂਗੀ, ਇਹ ਪੀਡੀਐਫ ਮੈਂ ਹਜੇ ਤਾਂ ਨਹੀਂ ਦੇ ਰਿਹਾ, ਇਹਨੂੰ ਮੈਂ ਬਹੁਤ ਵਧੀਆ ਇੱਕ ਬੁੱਕ ਦੇ ਵਿੱਚ ਕਨਵਰਟ ਕਰਕੇ ਦਊਂਗਾ। ਫਿਲਹਾਲ ਦੀ ਘੜੀ ਤੁਸੀਂ ਸਿਰਫ ਵੀਡੀਓ ਨੂੰ ਸੁਣੋ, ਕਿਉਂਕਿ ਆਪਣਾ ਜਿਹੜਾ ਮੇਨ ਆਪਣੇ ਵਿੱਚ ਕਮੀ ਕੀ ਆਪਾਂ ਕੀ ਆ ਨੋਟਸ ਇਕੱਠੇ ਕਰਨ ਦੇ ਵਿੱਚ ਲੱਗੇ ਹੋਏ ਆ, ਨੌਲੇਜ ਨੂੰ ਆਪਾਂ ਗੇਨ ਨਹੀਂ ਕਰਦੇ। ਜਦੋਂ ਆਪਣੇ ਕੋਲ ਨੋਟਸ ਆ ਜਾਂਦੇ ਆਪਾਂ ਲੈ ਕੇ ਰੱਖ ਲੈਂਦੇ ਆ ਬਟ ਉਹਨੂੰ ਪੜ੍ਹਦੇ ਨਹੀਂਗੇ। ਤਾਂ ਕਾਰਨ ਕੀ ਹੈ, ਸਿਰਫ ਤੁਸੀਂ ਵੀਡੀਓ ਦੇਖਣੀ ਹੈ, ਇੱਕ ਦੋ ਵਾਰ ਰਿਪੀਟ ਕਰਨੀ ਹੈ, ਜਸਟ ਤੁਹਾਨੂੰ 101% ਮੇਰੀ ਗਾਰੰਟੀ ਹੈ ਤੁਹਾਨੂੰ ਕੁਝ ਵੀ ਯਾਦ ਕਰਨ ਦੀ ਰੱਟੇ ਮਾਰਨ ਦੀ ਜ਼ਰੂਰਤ ਨਹੀਂ ਪਊਗੀ, ਪੇਪਰ ਦੇ ਵਿੱਚ ਡੈਫੀਨਿਟਲੀ ਤੁਹਾਨੂੰ ਇਹ ਫਾਇਦਾ ਹੋਊਗਾ। ਬਾਕੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਡੇ ਲਾਈਕ ਸ਼ੇਅਰ ਮੈਨੂੰ ਬੂਸਟ ਅਪ ਕਰਦੇ ਆ, ਤੇ ਸ਼ੇਅਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗੀ, ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਜਾਊਗਾ। ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਬੈਲ ਆਈਕਨ ਨੂੰ ਨੱਪ ਲਿਆ ਕਰੋ ਰਾਜੇ। ਕਈ ਬੱਚੇ ਕਹਿੰਦੇ ਸਾਨੂੰ ਨੋਟੀਫਿਕੇਸ਼ਨ ਨਹੀਂ ਮਿਲਦੀ, ਤਾਂ ਆਲ ਤੇ ਕਲਿੱਕ ਕਰ ਲਿਆ ਕਰੋ, ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲੂਗੀ। ਤਾਂ ਸ਼ੁਕਰੀਆ ਜੀ, ਸਰਬਤ ਦਾ ਭਲਾ ਬਾਬਾ ਮਿਹਰ ਕਰੇ, ਤੰਦਰੁਸਤੀਆਂ ਬਖਸ਼ੇ, ਤੁਹਾਡੀ ਮਿਹਨਤਾਂ ਦਾ ਫਲ ਦਵੇ।